ਅਸੀਂ ਗੱਲ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਾਰਜਕਾਲ 1849 ਤੱਕ ਰਹਿੰਦਾ ਹੈ ਤੇ ਉਦੋਂ ਉਸ ਤੋਂ ਬਾਅਦ ਅੰਗਰੇਜ਼ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਕਦਮ ਰੱਖਦੇ ਨੇ ਤੇ ਪੰਜਾਬ ਦੇ ਉੱਪਰ ਕਾਬਜ਼ ਹੋਣਾ ਸ਼ੁਰੂ ਕਰ ਦਿੰਦੇ ਨੇ। ਤੇ ਕੱਲ ਅਸੀਂ ਵਾਚਿਆ ਸੀ ਕਿ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਪੂਰੀ ਵਿਉਂਤਬੰਦੀ ਦੇ ਨਾਲ ਜਿਹੜਾ ਪੰਜਾਬ ਦਾ ਵਿਦਿਅਕ ਢਾਂਚਾ ਸੀ, ਜਿਹੜਾ ਐਜੂਕੇਸ਼ਨ ਸਿਸਟਮ ਸੀ, ਉਸ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਨ ਦੀ ਸਾਜ਼ਿਸ਼ ਬਹੁਤ ਗੈਰ ਗੰਭੀਰ ਤੌਰ ਤੇ ਕੀਤੀ। ਸੋ ਉਹਦੇ ਵਿੱਚ ਵਿਦਿਅਕ ਅਦਾਰੇ ਤੇ ਉਹਦੇ ਵਿੱਚ ਸਾਡੇ ਧਾਰਮਿਕ ਅਸਥਾਨ ਵੀ ਸ਼ਾਮਿਲ ਸਨ, ਜਿਨ੍ਹਾਂ ਵਿੱਚੋਂ ਕੁਝ ਇਤਿਹਾਸਕ ਅਸਥਾਨ ਤੇ ਬਹੁਤਾਤ ਵਿੱਚ ਜਿੰਨੇ ਕੁ ਹੋਰ ਗੁਰੂ ਧਾਮ ਜਾਂ ਐਜੂਕੇਸ਼ਨ ਇੰਸਟੀਟਿਊਸ਼ਨਸ ਉਸ ਵੇਲੇ ਸਿੱਖਾਂ ਦੇ ਕੋਲ ਸਨ, ਉਹਨਾਂ ਸਾਰਿਆਂ ਨੂੰ ਢਾਹ ਲਾਉਣ ਦਾ ਇੱਕ ਬਹੁਤ ਪੁੱਜਾ ਯਤਨ ਕੀਤਾ ਗਿਆ। ਤੇ ਇਹ ਸਾਰਾ ਕੁਝ ਜਦੋਂ ਵਾਪਰ ਰਿਹਾ ਸੀ ਤੇ ਉਦੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਤੇ ਇਤਿਹਾਸਕ ਅਸਥਾਨਾਂ ਤੇ ਉਹਨਾਂ ਨੇ ਆਪਣੇ ਬੰਦੇ ਜਿਹੜੇ ਵਿਕਣ ਵਾਲੇ ਲੋਕ ਸਨ, ਜਿਨ੍ਹਾਂ ਨੂੰ ਪੈਸੇ ਦੇ ਕਰਕੇ ਖਰੀਦਿਆ ਜਾ ਸਕਦਾ ਸੀ, ਉਹਨਾਂ ਨੂੰ ਪੈਸੇ ਦੇ ਕੇ ਖਰੀਦਣ ਦਾ ਯਤਨ ਕੀਤਾ ਤੇ ਉਹਨਾਂ ਕਿਹਾ ਵੀ ਤੁਹਾਨੂੰ ਆਪਾਂ ਪੂਰਾ ਸੰਰਕਸ਼ਣ ਦੇਵਾਂਗੇ, ਤੁਹਾਨੂੰ ਪ੍ਰੋਟੈਕਸ਼ਨ ਦੇਵਾਂਗੇ, ਤੁਹਾਨੂੰ ਪੈਸਾ ਪਦਾਰਥ ਦੇਵਾਂਗੇ, ਪਰ ਤੁਸੀਂ ਕਾਰਜ ਜਿਹੜਾ ਕਰਨਾ ਉਹ ਕੀ ਕਰਨਾ, ਉਹ ਇਹ ਕਰਨਾ ਕਿ ਸਿੱਖੀ ਦੀ ਮਰਿਆਦਾ ਨੂੰ ਢਾਹ ਲਾਉਣੀ ਹੈ, ਕਿ ਸਿੱਖੀ ਦੀ ਮਰਿਆਦਾ ਕਾਇਮ ਨਾ ਹੋ ਸਕੇ। ਔਰ ਇਹ ਬੜਾ ਵੱਡਾ ਇੱਕ ਕਾਰਨ ਸੀ। ਮੈਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਜਦੋਂ ਪੁਰਾਣੇ ਸਮੇਂ ਸਿੱਖ ਜੰਗਾਂ ਯੁੱਧਾਂ ਦੇ ਵਿੱਚ ਵਿਚਰਦੇ ਸੀਗੇ, ਘਰਾਂ ਤੋਂ ਬਾਹਰ ਰਹਿੰਦੇ ਸੀ, ਤੇ ਜ਼ਾਲਮ ਇੱਕ ਗੱਲ ਕਹਿੰਦਾ ਸੀ ਬਈ ਜਦੋਂ ਸਿੱਖ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਦਾ ਹੈ, ਜਦੋਂ ਸਿੱਖ ਆ ਕੇ ਸ੍ਰੀ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ, ਤੇ ਪਤਾ ਨਹੀਂ ਇਹਨਾਂ ਵਿੱਚ ਕੀ ਊਰਜਾ ਆਉਂਦੀ ਹੈ, ਕੀ ਸ਼ਕਤੀ ਆਉਂਦੀ ਹੈ ਕਿ ਇੱਕ ਸਿੱਖ ਕਈ ਹਜ਼ਾਰਾਂ ਨਾਲ, ਕਈ 100 ਨਾਲ ਲੜ ਜਾਂਦਾ। ਕਹਿੰਦੇ ਇਹਨਾਂ 'ਚ ਕਿੱਦਾਂ ਇਹ ਸ਼ਕਤੀ ਆਉਂਦੀ ਹੈ। ਤੇ ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਈ ਜਾਵੇ। ਔਰ ਇਹੀ ਫਿਰ ਸਾਰਾ ਕੁਝ ਇਹਨਾਂ ਨੇ ਕੀਤਾ, ਜਿਨ੍ਹਾਂ ਵਿੱਚ ਸ੍ਰੀ ਤਰਨਤਾਰਨ ਸਾਹਿਬ, ਅਸੀਂ ਜਾਣਦੇ ਹਾਂ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਬਣਾਇਆ ਸਥਾਨ, ਜਿੱਥੇ ਕੁਸ਼ਟ ਰੋਗੀਆਂ ਦਾ ਰੋਗ ਦੂਰ ਹੁੰਦਾ ਹੈ। ਤਰਨਤਾਰਨ ਸਾਹਿਬ, ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਅਟਲ ਤੇ ਸ੍ਰੀ ਹਰਿਮੰਦਰ ਸਾਹਿਬ, ਇਹ 4 ਅਸਥਾਨ ਪ੍ਰਮੁੱਖ ਤੌਰ ਤੇ ਇਹਨਾਂ ਤੇ ਮਹੰਤਾਂ ਨੂੰ ਕਾਬਜ਼ ਕਰਾਇਆ ਗਿਆ, ਜਿਨ੍ਹਾਂ ਨੇ ਰੱਜ ਕੇ ਸਿੱਖੀ ਦਾ ਘਾਣ ਕੀਤਾ ਤੇ ਮਰਿਆਦਾ ਨੂੰ ਢਾਹ ਲਾਈ। ਉਸ ਵੇਲੇ ਸਰਬਰਾ ਅਰੁਣ ਸਿੰਘ ਇਹ ਮਹੰਤ ਸੀ ਤੇ ਇਹਨੇ ਬੜਾ ਕੁਛ ਉਸ ਵੇਲੇ ਮਾੜਾ ਕੀਤਾ। ਇਹਦੇ ਅਧੀਨ ਹਾਲਾਂਕਿ ਗ੍ਰੰਥੀ ਹੋਰ ਸਨ, ਪਰ ਇਹਦੇ ਅਧੀਨ ਇਹ 4 ਗੁਰਦੁਆਰੇ ਜਿਹੜੇ ਹੈ ਇਹਨਾਂ ਦੇ ਪ੍ਰਬੰਧ ਸਨ। ਆਪਾਂ ਕੱਲ ਇਸ ਬਾਰੇ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਸਰੋਵਰ ਦੇ ਵਿੱਚ ਮਾੜੇ ਕਾਰਜ ਕੀਤੇ ਜਾਂਦੇ ਸੀਗੇ, ਜਦੋਂ ਪਰਿਕਰਮਾ ਦੇ ਵਿੱਚ ਮੂਰਤੀਆਂ ਰੱਖੀਆਂ ਜਾਂਦੀਆਂ ਸੀਗੀਆਂ, ਸਰਾਧ ਕੀਤੇ ਜਾਣ ਲੱਗ ਪਏ। ਇੱਥੋਂ ਤੱਕ ਸ੍ਰੀ ਤਰਨਤਾਰਨ ਸਾਹਿਬ ਵਿਖੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਰਾਧ ਪੁਜਾਰੀਆਂ ਨੇ ਕੀਤਾ। ਤੇ ਇਹ ਗੱਲ ਜਿਹੜੀ ਹੈ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਇਸ ਗੱਲ ਦਾ ਰੋਸ ਸੀ, ਤੇ ਬਹੁਤ ਰੋਸ ਹੋਣ ਕਰਕੇ ਸਿੱਖ ਜਿਹੜੇ ਸੀ ਉਹ ਬਹੁਤ ਜ਼ਿਆਦਾ ਇਹ ਗੱਲ ਚਾਹੁੰਦੇ ਸੀ ਵੀ ਅਸੀਂ ਕਿਸੇ ਤਰੀਕੇ ਇਹਨਾਂ ਗੁਰੂ ਧਾਮਾਂ ਨੂੰ ਆਜ਼ਾਦ ਕਰਾਈਏ ਇਹਨਾਂ ਮਹੰਤਾਂ ਦੇ ਕਬਜ਼ੇ ਤੋਂ। ਤੇ ਉਸ ਵੇਲੇ ਇੱਕ ਘਟਨਾ ਵਾਪਰਦੀ ਹੈ ਜੋ ਬੜੀ ਸਮਝਣ ਵਾਲੀ ਹੈ ਤੇ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ। ਉਹ ਘਟਨਾ ਇਹ ਹੈ ਕਿ 10 ਅਕਤੂਬਰ 1920 ਨੂੰ 1920 10 ਅਕਤੂਬਰ ਕੀ ਹੁੰਦਾ, ਜਲਿਆਂਵਾਲੇ ਬਾਗ ਦੇ ਵਿੱਚ ਸਿੱਖ ਇੱਕ ਮੋਰਚਾ ਲਾਈ ਬੈਠੇ ਆ। ਉੱਥੇ ਮਹੰਤ ਸੁੰਦਰਦਾਸ ਦੇ ਅਗੇਂਸਟ ਇਹ ਮੋਰਚਾ ਲੱਗਿਆ ਸੀਗਾ 1920 ਦੇ ਵਿੱਚ, ਤੇ ਸਿੱਖਾਂ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਹੋ ਰਿਹਾ ਸੀਗਾ। ਚੌ ਪਾਸੇ ਸਿੱਖ ਚਾਹੁੰਦੇ ਸੀ ਕਿ ਸਾਡੇ ਗੁਰਦੁਆਰੇ ਜਿਹੜੇ ਆਜ਼ਾਦ ਹੋਣ, ਪਰ ਕਿਉਂਕਿ ਬ੍ਰਿਟਿਸ਼ ਹਕੂਮਤ ਦੇ ਵੱਲੋਂ ਇਹਨਾਂ ਮਹੰਤਾਂ ਨੂੰ ਸੰਰਕਸ਼ਣ ਸੀ, ਪ੍ਰੋਟੈਕਸ਼ਨ ਸੀ, ਤੇ ਇਸ ਕਾਰਨ ਕਰਕੇ ਉਹਨਾਂ ਗੁਰਦੁਆਰਿਆਂ ਤੇ ਕਾਬਜ਼ ਨਹੀਂ ਹੋ ਸਕੇ, ਉਹਨਾਂ ਗੁਰਦੁਆਰਿਆਂ ਦੀ ਸੇਵਾ ਬਹਾਲ ਨਹੀਂ ਕਰ ਸਕੇ। ਇਸ ਕਾਰਨ ਕਰਕੇ ਉਹਨਾਂ ਨੇ
1920 ਦੇ ਵਿੱਚ ਜਲਿਆਂਵਾਲੇ ਬਾਗ ਵਿੱਚ ਇੱਕ ਸਮਾਗਮ ਰਖਵਾਇਆ ਤੇ ਉਹਦੇ ਵਿੱਚ ਬਹੁਤ ਤਾਦਾਦ ਵਿੱਚ ਜਿਨ੍ਹਾਂ ਨੂੰ ਅਸੀਂ ਦਲਿਤ ਭਾਈਚਾਰਾ ਕਹਿੰਦੇ ਆ, ਹਾਲਾਂਕਿ ਸ਼ਬਦ ਸਿੱਖੀ ਦੇ ਵਿੱਚ ਪ੍ਰਵਾਨ ਨਹੀਂ, ਪਰ ਉਹ ਜਿਹੜੇ ਅਖੌਤੀ ਜਾਤਾਂ ਦੇ ਲੋਕ ਨੇ ਉਹਨਾਂ ਨੂੰ ਬੁਲਾ ਕੇ ਸਿੱਖੀ ਨਾਲ ਜਾਣੂ ਕਰਾ ਕੇ ਤੇ ਉਹਨਾਂ ਨੇ ਆਪਣੀ ਸਵੈ ਇੱਛਾ ਅਨੁਸਾਰ ਖੰਡੇ ਬਾਟੀ ਕੀ ਪੌਲ ਲਈ ਤੇ ਅੰਮ੍ਰਿਤ ਛਕਿਆ। ਉੱਥੇ ਇੱਕ ਨਾਂ ਸਾਨੂੰ ਮਿਲਦਾ ਮਹਿਤਾਬ ਸਿੰਘ ਬੀਰ। ਇਹ ਪੁਰਾਣੇ ਵੇਲੇ ਮੁਸਲਮਾਨ ਸੀਗੇ, ਪਰ ਬਾਅਦ ਵਿੱਚ ਇਹਨਾਂ ਵਿੱਚ ਸਿੱਖੀ ਦਾ ਜਜ਼ਬਾ ਪੈਦਾ ਹੋਇਆ ਤੇ ਇਹਨਾਂ ਨੇ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ। ਤੇ ਇਹ 12 ਅਕਤੂਬਰ 1920 ਦੀ ਘਟਨਾ ਹੈ ਜਿਹੜੀ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ। 12 ਅਕਤੂਬਰ 1920 ਤੇ ਉਦੋਂ ਇਹ ਸਾਰੇ ਸਿੰਘ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਜਾਂਦੇ ਨੇ ਤੇ ਸ੍ਰੀ ਦਰਬਾਰ ਸਾਹਿਬ ਜਦੋਂ ਗਏ, ਉੱਥੇ ਦਰਬਾਰ ਸਾਹਿਬ ਦੇ ਵਿੱਚ ਮਹੰਤਾਂ ਨੇ ਇੱਕ ਮਰਿਆਦਾ ਕਾਬਜ਼ ਕਰ ਦਿੱਤੀ ਸੀ ਕਿ ਜਿਹੜੇ ਕਹਿਣ ਵਾਸਤੇ ਅਖੌਤੀ ਨੀਵੀਆਂ ਜਾਤਾਂ ਦੇ ਲੋਕ ਨੇ ਉਹਨਾਂ ਦੀ ਦੇਗ ਕੇਵਲ 9 ਵਜੇ ਤੱਕ ਪ੍ਰਵਾਨ ਹੋਏਗੀ। ਕੜਾ ਪ੍ਰਸ਼ਾਦ ਉਹਨਾਂ ਦਾ ਕੇਵਲ 9 ਵਜੇ ਤੱਕ ਪ੍ਰਵਾਨ ਹੋਏਗਾ, ਉਸ ਤੋਂ ਬਾਅਦ ਨਹੀਂ। ਪਰ ਜਦੋਂ ਇਹ ਦੇਗ ਲੈ ਕੇ ਪਹੁੰਚੇ ਤੇ ਉੱਥੋਂ ਦੇ ਪੁਜਾਰੀਆਂ ਨੇ ਇਨਕਾਰ ਕਰ ਦਿੱਤਾ ਵੀ ਅਸੀਂ ਇਹ ਦੇਗ ਨੂੰ ਪ੍ਰਵਾਨ ਨਹੀਂ ਕਰਨਾ, ਇਹ ਸਮਾਂ ਨਹੀਂ, ਹੁਣ ਪ੍ਰਵਾਨ ਨਹੀਂ ਅਸੀਂ ਕਰ ਸਕਦੇ, ਕਿਉਂਕਿ ਦੇਗ ਉਦੋਂ ਬਾਹਰੋਂ ਆਉਂਦੀ ਸੀ, ਸ੍ਰੀ ਦਰਬਾਰ ਸਾਹਿਬ ਤਿਆਰ ਨਹੀਂ ਸੀ ਹੁੰਦੀ। ਤੇ ਉਦੋਂ ਫਿਰ ਮੈਂ ਕੁਝ ਕੁ ਨਾਂ ਆਪ ਜੀ ਦੇ ਸਾਹਮਣੇ ਰੱਖ ਰਿਹਾ। ਪ੍ਰੋਫੈਸਰ ਨਿਰੰਜਨ ਸਿੰਘ, ਭਾਈ ਤੇਜਾ ਸਿੰਘ ਤੇ ਪ੍ਰੋਫੈਸਰ ਹਰਕ੍ਰਿਸ਼ਨ ਸਿੰਘ। ਇਹਨਾਂ ਸੂਝਵਾਨ ਗੁਰਸਿੱਖਾਂ ਨੇ ਪੁਜਾਰੀਆਂ ਨੂੰ ਜਾ ਕੇ ਗੱਲ ਕਹੀ ਵੀ ਤੁਸੀਂ ਇਹਨਾਂ ਦੀ ਦੇਗ ਪ੍ਰਵਾਨ ਕਿਉਂ ਨਹੀਂ ਕਰਦੇ, ਕਹਿੰਦੇ ਸਿੱਖੀ ਦੇ ਵਿੱਚ ਜਾਤਾਂ ਪਾਤਾਂ ਦਾ ਕੋਈ ਮਤਲਬ ਨਹੀਂ। ਤੇ ਪੁਜਾਰੀਆਂ ਨੇ ਕਿਹਾ ਬਈ ਨਹੀਂ, ਕਹਿੰਦੇ ਇਹ ਨਹੀਂ ਹੋ ਸਕਦਾ ਕਿ ਅਸੀਂ ਇਹਨਾਂ ਦੀ ਦੇਗ ਪ੍ਰਵਾਨ ਕਰ ਲਈਏ। ਕਹਿੰਦੇ ਜੇ ਤੁਹਾਨੂੰ ਇੰਨਾ ਹੀ ਆ, ਕਹਿੰਦੇ ਸਾਡੇ ਵਾਸਤੇ ਕੋਈ ਸਿੱਖੀ ਨਹੀਂ, ਕਹਿੰਦੇ ਸਾਡੇ ਨਾਲ ਤੁਸੀਂ ਇੱਦਾਂ ਦੀ ਕੋਈ ਗੱਲ ਨਾ ਕਰੋ। ਇਹ ਪੁਜਾਰੀਆਂ ਦੇ ਆਪਣੇ ਬਚਨ ਉਸ ਵੇਲੇ। ਤੇ ਉਹਨਾਂ ਨੇ ਫਿਰ ਇੱਕ ਗੱਲ ਕਹੀ ਵੀ ਅਸੀਂ ਇਹ ਗੱਲ ਚਾਹੁੰਦੇ ਆ ਬਈ ਤੁਸੀਂ ਦੇਗ ਪ੍ਰਵਾਨ ਕਰੋ, ਭਾਵੇਂ ਤੁਸੀਂ ਹਲੀਮੀ ਨਾਲ ਕਰੋ, ਜੇ ਤੁਸੀਂ ਨਹੀਂ ਕਰਦੇ ਫਿਰ ਸਾਨੂੰ ਹੋਰ ਤਰੀਕੇ ਆਉਂਦੇ। ਤੇ ਉਹਨਾਂ ਨੇ ਫਿਰ ਇਹ ਗੱਲ ਬਹੁਤ ਬਹਿਸੋ ਬਹਿਸੀ ਹੋਈ, ਗੱਲਬਾਤ ਵੱਧ ਗਈ ਤੇ ਫਿਰ ਉੱਥੇ ਇੱਕ ਗੱਲ ਦਾ ਨਿਰਣਾ ਕੀਤਾ ਗਿਆ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਅਰਦਾਸ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਹੁਕਮਨਾਮਾ ਲਵਾਂਗੇ। ਜੋ ਹੁਕਮਨਾਮਾ ਆਵੇਗਾ ਉਹ ਦੋਵੇਂ ਪੱਖਾਂ ਨੂੰ ਪ੍ਰਵਾਨ ਹੋਵੇਗਾ, ਪੁਜਾਰੀਆਂ ਨੂੰ ਵੀ ਪ੍ਰਵਾਨ ਹੋਵੇਗਾ ਤੇ ਇੱਥੋਂ ਜਿਹੜੇ ਸਿੰਘ ਗਏ ਸੀ ਉਹਨਾਂ ਨੂੰ ਵੀ ਪ੍ਰਵਾਨ ਹੋਵੇਗਾ। ਇਹ ਨਿਰਣਾ ਕੀਤਾ ਗਿਆ। ਦੇਖੋ ਬੜੀ ਵੱਡੀ ਗੱਲ ਬੱਚਿਓ, ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ, ਜਦੋਂ ਮਨ ਦੇ ਵਿੱਚ ਦੁਬਿਧਾ ਪੈਦਾ ਹੋਵੇ ਨਾ, whenever you feel that ਕਿ ਜੀਵਨ ਦੇ ਵਿੱਚ ਕੁਝ ਰਸਤਾ ਨਹੀਂ ਦਿਸ ਰਿਹਾ, ਕਿਤੇ ਕੋਈ ਥਾਂ ਨਹੀਂ ਮਿਲ ਰਹੀ, ਪਿਆਰਿਓ ਸੱਚੀ ਭਾਵਨਾ ਦੇ ਨਾਲ ਜਦੋਂ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਢਹਿ ਕੇ ਅਰਦਾਸ ਕਰਦੇ ਹਾਂ, ਸਤਿਗੁਰੂ ਜਾਗਦਾ ਹੈ ਦਿਓ, ਉਹ ਸਾਡਾ ਪਿਤਾ ਜਾਗਦਾ ਆ, ਉਹ ਸਾਨੂੰ ਆਵਾਜ਼ਾਂ ਦਿੰਦਾ, ਹੁਕਮ ਦਿੰਦਾ। ਤੇ ਜਦੋਂ ਅਸੀਂ ਉਸ ਹੁਕਮ ਦੀ ਵਿਚਾਰ ਕਰਦੇ ਹਾਂ, ਸਾਨੂੰ ਸਾਡੇ ਸਵਾਲਾਂ ਦੇ ਜਵਾਬ ਮਿਲਦੇ ਆ। ਸੋ ਜਦੋਂ ਤੁਹਾਨੂੰ ਮਨ ਦੇ ਵਿੱਚ ਦੁਬਿਧਾ ਪੈਦਾ ਹੋਵੇ, ਉਹਨਾਂ ਗੁਰਸਿੱਖਾਂ ਤੋਂ ਸਿੱਖੋ। ਜਦੋਂ ਉਹਨਾਂ ਨੇ ਹੁਕਮਨਾਮਾ ਲਿਆ ਤੇ ਹੁਕਮ ਆਇਆ, ਉਸ ਵੇਲੇ ਗ੍ਰੰਥੀ ਸਿੰਘ ਭਾਈ ਗੁਰਬਚਨ ਸਿੰਘ ਗ੍ਰੰਥੀ ਸੀਗੇ। ਪ੍ਰੋਫੈਸਰ ਨਿਰੰਜਨ ਸਿੰਘ ਨੇ ਅਰਦਾਸ ਕੀਤੀ, ਭਾਈ ਗੁਰਬਚਨ ਸਿੰਘ ਜੀ ਨੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਤੇ ਪਿਆਰਿਓ ਜਿਸ ਵੇਲੇ ਹੁਕਮਨਾਮਾ ਆਇਆ ਨਾ, ਜਿੰਨੇ ਕੁ ਲੋਕ, ਜਿੰਨੀ ਕੁ ਸੰਗਤ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਸੀ, ਸਾਰੇ ਜਣੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ। ਕਿਉਂ? ਕਿਉਂਕਿ ਸਤਿਗੁਰੂ ਪ੍ਰਤੱਖ ਅੱਜ ਮਹਿਸੂਸ ਕੀਤੇ ਉਹਨਾਂ ਨੇ। ਸਤਿਗੁਰੂ ਨੇ ਕਿਹਾ ਕਿ ਪਰਮਾਤਮਾ ਨੇ ਬਖਸ਼ ਲਿਆ ਇਹਨਾਂ ਨੂੰ ਤੇ ਇਹ ਆਏ ਤੇ ਇਹਨਾਂ ਨੂੰ ਪ੍ਰਵਾਨ ਕੀਤਾ ਜਾਏਗਾ। ਤੇ ਪਿਆਰਿਓ ਉਸ ਵੇਲੇ ਪੁਜਾਰੀ ਜਿਹੜੇ ਸਨ ਸ੍ਰੀ ਦਰਬਾਰ ਸਾਹਿਬ ਤੋਂ ਚਲੇ ਗਏ। ਜਦੋਂ ਕਿਉਂਕਿ ਪ੍ਰਬੰਧ ਵੱਖਰਾ ਵੱਖਰਾ ਸੀ, ਸ੍ਰੀ ਦਰਬਾਰ ਸਾਹਿਬ ਤੋਂ ਜਦੋਂ ਸਿੰਘ ਅਕਾਲ ਤਖਤ ਸਾਹਿਬ ਤੇ ਜਾਂਦੇ ਆ ਤੇ ਦੇਖੋ ਬੜੀ ਵਿਚਿੱਤਰ ਗੱਲ ਕਿ ਪੁਜਾਰੀਆਂ ਨੇ ਆਪਣੇ ਅਕਾਲ ਦੇ ਤਖਤ ਨੂੰ ਛੱਡ ਕੇ, ਉਸੂਆਂ ਛੱਡ ਕੇ ਚਲੇ ਗਏ ਸੀਗੇ। ਤਖਤ ਤੇ ਪੁਜਾਰੀ ਕੋਈ ਨਹੀਂ ਸੀ। ਤੇ ਉਸ ਦਿਨ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਸੇਵਾ ਬਹਾਲ ਕੀਤੀ ਤੇ ਇਹ ਸੇਵਾ ਮਹੰਤਾਂ ਤੋਂ ਛੱਡ ਕੇ ਸਿੱਖਾਂ ਦੇ ਕੋਲ, ਸਿੰਘਾਂ ਦੇ ਕੋਲ ਆਈ। ਇਹ ਉਸ ਵੇਲੇ ਹੋਇਆ ਤੇ ਸਭ ਤੋਂ ਪਹਿਲੇ ਸਰਦਾਰ ਤੇਜਾ ਸਿੰਘ ਪੁੱਚਰ, ਜਿਹੜੇ ਉਸ ਵੇਲੇ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾਏ ਗਏ, ਇਹ
ਘਟਨਾ 12 ਅਕਤੂਬਰ 1920 ਦੀ ਹੈ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ 1920 ਤੋਂ ਲੈ ਕੇ 1925 ਤੱਕ 10 ਮੋਰਚੇ ਲਾਏ ਗਏ, 10 ਮੋਰਚੇ ਜਿਨ੍ਹਾਂ ਵਿੱਚ ਗੁਰੂ ਕਾ ਬਾਗ ਮੋਰਚਾ, ਜਿਨ੍ਹਾਂ ਵਿੱਚ ਜੈਤੋ ਕਾ ਮੋਰਚਾ, ਇੱਦਾਂ 10 ਮੋਰਚੇ ਸਿੱਖਾਂ ਨੇ ਲਾਏ ਆਪਣੇ ਗੁਰੂ ਧਾਮਾਂ ਦੀ ਆਜ਼ਾਦੀ ਵਾਸਤੇ। ਤੇ ਜਦੋਂ ਅਸੀਂ ਅੱਜ ਗੱਲ ਕਰਦੇ ਹਾਂ ਕਿ SGPC ਹੋਂਦ ਦੇ ਵਿੱਚ ਆਉਂਦੀ ਆ, ਕੀ SGPC ਏਦਾਂ ਹੀ ਬਣ ਗਈ? ਨਹੀਂ, ਇਹ ਬੜਾ ਵੱਡਾ ਢਾਂਚਾ ਖੜਾ ਕਰਨ ਵਾਸਤੇ ਇਹ ਸਿੰਘ ਸਭਾ ਲਹਿਰ ਨੇ ਬਹੁਤ ਪ੍ਰਚਾਰ ਕੀਤਾ, ਪਿੰਡਾਂ ਦੇ ਵਿੱਚ ਜਾ ਕੇ ਟਰੈਕਟ ਵੰਡੇ। ਉਸ ਵੇਲੇ ਖਾਲਸਾ ਟਰੈਕਟ ਸੁਸਾਇਟੀ ਬਣਾਈ ਗਈ, ਖਾਲਸਾ ਦੀਵਾਨ ਬਣਾਇਆ ਗਿਆ। ਬਾਅਦ ਵਿੱਚ ਜਿਹੜਾ ਚੀਫ ਖਾਲਸਾ ਦੀਵਾਨ ਬਣਦਾ ਹੈ, ਜਿਹਦੇ ਅਧੀਨ ਵਿਦਿਅਕ ਅਦਾਰੇ, ਸਕੂਲਸ, ਇੰਸਟੀਟਿਊਸ਼ਨਸ ਬਣਾਏ ਗਏ ਤਾਂ ਕਿ ਸਾਡੇ ਜਿਹੜੇ ਨੌਜਵਾਨ ਨੇ, ਸਾਡੇ ਬੱਚੇ ਨੇ, ਉਹ ਪੜ੍ਹ ਸਕਣ, ਧਾਰਮਿਕ ਤੇ ਸਮਾਜਿਕ ਵਿੱਦਿਆ ਹਾਸਲ ਕਰ ਸਕਣ। ਤੇ ਉਸ ਢਾਂਚੇ ਦੇ ਹੀ ਪ੍ਰਰੂਪ ਦੇ ਵਿੱਚ SGPC ਦੀ ਹੋਂਦ ਬਣਦੀ ਹੈ। ਤੇ ਇਹ ਜਿਹੜੀ ਘਟਨਾ ਸੀ, ਇਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਬਹਾਲ ਹੋਈ ਤੇ ਉਹਨਾਂ ਮੂਰਤੀਆਂ ਨੂੰ ਕੱਢ ਦਿੱਤਾ ਗਿਆ, ਮਹੰਤਾਂ ਨੂੰ ਕੱਢ ਦਿੱਤਾ ਗਿਆ, ਜਿਨ੍ਹਾਂ ਕਾਰਨ ਕਰਕੇ ਇਹ ਸਾਰਾ ਕੁਝ ਵਾਪਰਦਾ। ਹਾਲਾਂਕਿ ਇਸ ਤੋਂ ਬਾਅਦ ਕਈ ਘਟਨਾਵਾਂ ਹੋਰ ਹੋਈਆਂ, ਪਰ ਅਸੀਂ ਸੰਖੇਪ 'ਚ ਬੇਨਤੀ ਕਰਦੇ। ਇੱਕ ਘਟਨਾ ਹੋਰ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਕਿ 1921 ਦੇ ਵਿੱਚ ਸ੍ਰੀ ਤਰਨਤਾਰਨ ਸਾਹਿਬ ਦੀ ਧਰਤੀ ਤੇ ਜਦੋਂ ਇਹ ਸਰਬਰਾਹ ਸੀ ਮਹੰਤ, ਹੁਣ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਆਜ਼ਾਦ ਹੋ ਗਏ, ਪਰ ਸ੍ਰੀ ਤਰਨਤਾਰਨ ਸਾਹਿਬ ਵਿਖੇ ਹੱਲੇ ਵੀ ਕਬਜ਼ਾ ਸੀ। ਤੇ ਜਦੋਂ ਵੀ ਸਿੱਖ ਜਾਂਦੇ ਸੀ, ਉਸ ਵੇਲੇ ਭਾਈ ਲਛਮਣ ਸਿੰਘ ਧਾਰੋਵਾਲੀ, ਜਿਨ੍ਹਾਂ ਦਾ ਅਸੀਂ ਅੱਗੇ ਚੱਲ ਕੇ ਜ਼ਿਕਰ ਕਰਾਂਗੇ, ਜਿਹੜੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਨੇ, ਉਹ ਸ੍ਰੀ ਤਰਨਤਾਰਨ ਸਾਹਿਬ ਜਾਂਦੇ ਹੈ ਤੇ ਉਹਨਾਂ ਦੀ ਬਹੁਤ ਬੇਇੱਜ਼ਤੀ ਕੀਤੀ ਜਾਂਦੀ ਹੈ। ਬੜੇ ਮਾੜੇ ਸ਼ਬਦ, ਮਾੜੇ ਬੋਲ ਉਹਨਾਂ ਨੂੰ ਸ੍ਰੀ ਤਰਨਤਾਰਨ ਸਾਹਿਬ ਦੀ ਧਰਤੀ ਤੇ ਬੋਲੇ ਜਾਂਦੇ, ਪਰ ਉਹ ਫੇਰ ਵੀ ਕੌੜਾ ਘੁੱਟ ਪੀ ਕੇ ਦਰਸ਼ਨ ਕਰਕੇ ਚਲੇ ਜਾਂਦੇ। ਸ੍ਰੀ ਤਰਨਤਾਰਨ ਸਾਹਿਬ ਵਿਖੇ ਬੜੀਆਂ ਬੇਪੱਤੀਆਂ ਤੇ ਬੇਅਦਬੀਆਂ ਹੋਈਆਂ ਉਸ ਵੇਲੇ। ਦੇਖੋ, ਜਿਹੜੇ ਪੁਜਾਰੀ ਸਨ, ਉਹਨਾਂ ਦੇ ਬੱਚੇ ਜਿਹੜੇ ਵਿਗੜੇ ਹੋਏ। ਮੈਨੂੰ ਕਹਿਣ ਵਿੱਚ ਇਹ ਸ਼ਬਦ ਮੇਰੀ ਜ਼ਬਾਨ ਸਾਥ ਨਹੀਂ ਦਿੰਦੀ। ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਰੋਵਰ ਦੇ ਵਿੱਚ ਇਹ ਪਾਪੀ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਦੇ ਸੀ ਤੇ ਉਸ ਵੇਲੇ ਜਿਹੜੀਆਂ ਬੀਬੀਆਂ, ਜਿਹੜੀਆਂ ਬੱਚੀਆਂ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੀਆਂ, ਉਹਨਾਂ ਨੂੰ ਗੰਨੇ ਦੀਆਂ ਚੂਸ ਕੇ ਗਲੇਰੀਆਂ ਮਾਰਨੀਆਂ। ਇੱਥੋਂ ਤੱਕ ਕਿ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਦਿਉੜੀ ਤੇ, ਤਰਨਤਾਰਨ ਸਾਹਿਬ ਦੀ ਦਿਉੜੀ ਤੇ ਇਹਨਾਂ ਨੇ ਗਿੱਧਾ ਪਵਾਇਆ। ਇੱਥੋਂ ਤੱਕ ਕਿ ਜਦੋਂ ਲੋਕਾਂ ਨੇ ਗੱਲ ਕਹਿਣੀ ਵੀ ਤੁਸੀਂ ਇਹ ਮਾੜੇ ਕਾਰਜ ਸੱਚਖੰਡ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਨਾ ਕਰੋ, ਤੇ ਉਹਨਾਂ ਨੇ ਇੱਕੋ ਗੱਲ ਕਹੀ, ਕਹਿੰਦੇ ਤੁਹਾਡੀਆਂ ਦੁਕਾਨਾਂ ਨੇ, ਕਹਿੰਦੇ ਤੁਸੀਂ ਸਿੱਖੋ ਦੁਕਾਨ ਚਲਾਉਂਦੇ ਹੋ, ਕਹਿੰਦੇ ਤਰਨਤਾਰਨ ਸਾਹਿਬ ਸਾਡੀ ਦੁਕਾਨ ਹੈ। ਇਹ ਬਚਨ ਕਬੂਲ ਇਹਨਾਂ ਪਾਪੀਆਂ ਨੇ ਬੋਲੇ। ਕਹਿੰਦੇ ਤਰਨਤਾਰਨ ਸਾਹਿਬ ਸਾਡੀ ਦੁਕਾਨ ਹੈ, ਕਹਿੰਦੇ ਜਿਨ੍ਹਾਂ ਨੂੰ ਧੀਆਂ ਭੈਣਾਂ ਦੀ ਇੱਜ਼ਤ ਦੀ ਪਰਵਾਹ ਹੋਵੇ, ਕਹਿੰਦੇ ਉਹ ਤਰਨਤਾਰਨ ਸਾਹਿਬ ਵਿਖੇ ਆਪਣੀ ਬੱਚੀਆਂ ਨੂੰ ਨਾ ਭੇਜਣ। ਇੱਥੋਂ ਤੱਕ ਉਹਨਾਂ ਬਚਨ ਕਹੇ। ਤੇ ਉਦੋਂ ਇੱਕ ਸਮਾਂ ਉਸ ਵੇਲੇ ਭਾਈ ਸੰਤ ਸਿੰਘ ਸੀਗੇ, ਜਿਹੜੇ ਸਿੰਘ ਸਭਾ ਲਹਿਰ ਦੇ ਮੋਢੀ ਸੀ, ਉਹ ਜਨਵਰੀ 1921 ਨੂੰ ਇੱਕ ਸਮਾਗਮ ਹੁੰਦਾ ਹੈ ਤੇ ਉਸ ਸਮਾਗਮ ਦੇ ਵਿੱਚ ਉਹ ਤਰਨਤਾਰਨ ਸਾਹਿਬ ਵਿਖੇ ਆ ਕੇ ਆਪਣੀ ਇੱਕ ਸਪੀਚ ਦਿੰਦੇ ਨੇ। ਤੇ ਜਦੋਂ ਮੁਖਾਤਬ ਹੁੰਦੇ ਆ ਸੰਗਤ ਨੂੰ, ਤੇ ਉਹ ਕੁਝ ਕੁ ਗੱਲਾਂ ਕਹਿੰਦੇ ਆ। ਉਹ ਗੱਲਾਂ ਕੀ ਨੇ? ਉਹਨਾਂ ਕਿਹਾ, ਜਿਹੜਾ ਸਿੱਖ ਹੈ, ਦੇਖੋ ਇਹ ਬੜੀ ਵੱਡੀ ਉਸ ਵੇਲੇ ਦੁਬਿਧਾ ਸੀ ਕਿ ਸਿੱਖ ਕੌਣ ਹੈ। ਇਹ ਆਈਡੈਂਟਿਟੀ ਨਹੀਂ ਸੀ ਉਸ ਵੇਲੇ। ਜਿਹੜੀ ਆਈਡੈਂਟਿਟੀ ਅੱਜ ਅਸੀਂ ਜਾਣਦੇ ਹਾਂ ਨਾ, ਕਿ ਸਿੱਖ ਕੇਸਾਧਾਰੀ ਹੋਵੇ, ਪੰਜ ਕਕਾਰੀ ਹੋਵੇ, ਸਿੱਖ ਅੰਮ੍ਰਿਤਧਾਰੀ ਹੋਵੇ, ਸਿੱਖ ਨਿਤਨੇਮੀ ਹੋਵੇ, ਅੰਮ੍ਰਿਤ ਵੇਲਾ ਸੰਭਾਲਣ ਵਾਲਾ ਹੋਵੇ, ਦਸਵੰਧ ਕੱਢਣ ਵਾਲਾ ਹੋਵੇ, ਇਹ ਉਸ ਵੇਲੇ ਡੈਫੀਨੇਸ਼ਨ ਸਿੱਖ ਦੀ ਨਹੀਂ ਸੀ ਸਿੱਖਾਂ ਕੋਲ। ਤੇ ਭਾਈ ਸੰਤ ਸਿੰਘ ਨੇ ਉਸ ਵੇਲੇ ਸ੍ਰੀ ਤਰਨਤਾਰਨ ਸਾਹਿਬ ਵਿਖੇ ਇਹ ਸੰਗਤ ਨੂੰ ਮੁਖਾਤਬ ਹੋ ਕੇ ਬਚਨ ਕਿਹਾ। ਕਹਿੰਦੇ ਸਿੱਖ ਉਹ ਹੈ ਜਿਹੜਾ ਨਿਤਨੇਮ ਕਰਦਾ ਹੈ। ਫਿਰ ਉਹਨਾਂ ਨੇ ਕਿਹਾ, ਕਹਿੰਦੇ ਸਿੱਖ ਉਹ ਹੈ ਜਿਹੜਾ ਕੇਸਾਂ ਨੂੰ ਸੰਭਾਲਦਾ ਹੈ। ਉਹਨਾਂ ਕਿਹਾ ਸਿੱਖ ਉਹ ਹੈ ਜਿਹੜਾ ਪੰਜ ਕਕਾਰੀ ਰਹਿਤ ਧਾਰਨ ਕਰਦਾ ਹੈ। ਫਿਰ ਉਹਨਾਂ ਕਿਹਾ, ਕਹਿੰਦੇ ਸਿੱਖ ਉਹ ਹੈ ਜਿਹਨੇ ਅੰਮ੍ਰਿਤ ਛਕਿਆ ਹੋਇਆ। ਕਹਿੰਦੇ ਸਿੱਖ ਉਹ ਹੈ ਜਿਹੜਾ ਦਸਵੰਧ ਕਰਦਾ। ਇਹ ਕੁਝ ਕੁ ਨੁਕਤੇ ਉਹਨਾਂ ਨੇ ਜ਼ਿਕਰ ਕੀਤਾ। ਤੇ ਇਹੀ ਨੁਕਤੇ ਤੁਸੀਂ ਅੱਜ ਦਾ SGPC ਦਾ ਰੈਜ਼ੋਲੂਸ਼ਨ ਪੜ੍ਹੋ ਕਿ SGPC ਦਾ ਮੈਂਬਰ ਕੌਣ ਹੋ ਸਕਦਾ ਹੈ।
ਇਹ 5-6 ਨੁਕਤੇ ਤੁਹਾਨੂੰ ਸਭ ਤੋਂ ਮੁੱਢਲੇ ਪੇਜ ਤੇ ਮਿਲਣਗੇ। ਕਿਉਂ? ਕਿਉਂਕਿ ਇਹ ਮੁੱਢਲੀ ਰਹਿਤ ਹੈ ਸਿੱਖੀ ਦੇ ਵਿੱਚ ਆਉਣ ਵਾਸਤੇ। ਪਿਆਰਿਓ, ਜਦੋਂ ਇਹ ਗੱਲ ਭਾਈ ਸੰਤ ਸਿੰਘ ਨੇ ਕਹੀ ਤੇ ਉਸ ਵੇਲੇ ਮਹੰਤਾਂ ਨੂੰ ਬੜੀ ਚੀਸ ਮੱਚੀ ਕਿ ਨਹੀਂ, ਅਸੀਂ ਤੇ ਇਹ ਪਾਪ ਕਮਾ ਰਹੇ ਹਾਂ ਤੇ ਸਿੱਖ ਤੇ ਇਹ ਪ੍ਰਚਾਰ ਕਰੀ ਜਾਂਦੇ ਆ। ਤੇ ਉਦੋਂ ਫਿਰ ਉਹਨਾਂ ਨੇ ਕੀ ਕੀਤਾ, ਸ਼ਾਮ ਨੂੰ ਉਸੇ ਦਿਨ ਭਾਈ ਸੰਤ ਸਿੰਘ ਦਾ ਬੇਟਾ ਤੇ ਭਾਈ ਸੰਤ ਸਿੰਘ ਦੀ ਬੇਟੀ ਇਹ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਾ ਰਹੇ ਸੀ। ਭਾਈ ਸੰਤ ਸਿੰਘ ਦੇ ਪੁੱਤਰ ਨੂੰ ਤੇ ਉਹਨਾਂ ਨੇ ਪੱਥਰ ਬੰਨ੍ਹ ਕੇ ਸਰੋਵਰ ਦੇ ਵਿੱਚ ਸੁੱਟ ਦਿੱਤਾ ਤੇ ਉਹ ਸਰੋਵਰ ਦੇ ਵਿੱਚ ਸ਼ਹੀਦ ਹੁੰਦਾ। ਦੂਜਾ, ਭਾਈ ਸੰਤ ਸਿੰਘ ਦੀ ਬੇਟੀ ਨੂੰ ਇਹਨਾਂ ਨੇ ਲਿਜਾ ਕੇ ਬੇਪਤ ਕੀਤਾ, ਉਹਦੇ ਨਾਲ ਮਾੜੇ ਕਾਰਜ ਕੀਤੇ ਤੇ ਇਹ ਸਾਰਾ ਕੁਝ ਉਸ ਵੇਲੇ ਭਾਣਾ ਵਾਪਰਦਾ। ਤੇ ਉਦੋਂ ਭਾਈ ਸੰਤ ਸਿੰਘ ਦੀ ਘਰਵਾਲੀ, ਉਹਨਾਂ ਦੇ ਪੁੱਤਰ ਤੇ ਉਹਨਾਂ ਦੀ ਧੀ ਦੀ ਮਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਰੋਂਦੀ ਕੁਰਲਾਉਂਦੀ ਜਾਂਦੇ ਹੈ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਦਿਓੜੀ 'ਚ ਖੜ ਕੇ ਉਹ ਉੱਚੀਆਂ ਆਵਾਜ਼ਾਂ ਦੇ ਕੇ ਕਹਿੰਦੇ ਆ ਇੱਕ ਗੱਲ। ਉਹ ਕਹਿੰਦੇ ਸਿੱਖੀ ਦੇ ਸਿਧਾਂਤ ਨੂੰ ਜੇ ਅੱਜ ਬਚਾਉਣਾ ਚਾਹੁੰਦੇ ਹੋ, ਕਹਿੰਦੇ ਦੇਖੋ ਉਸ ਤਰਨਤਾਰਨ ਸਾਹਿਬ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ ਕਿ ਇੱਥੇ ਰੋਗੀਆਂ ਦੇ ਰੋਗ ਦੂਰ ਹੋਣਗੇ, ਕਹਿੰਦੇ ਮੇਰੇ ਪੁੱਤਰ ਨੂੰ ਸਰੋਵਰ 'ਚ ਸੁੱਟ ਦਿੱਤਾ, ਮੇਰੀ ਧੀ ਦੀ ਬੇਪਤੀ ਕੀਤੀ, ਕਹਿੰਦੇ ਬਚਾਓ। ਕਹਿੰਦੇ ਜੇ ਗੁਰੂ ਧਾਮਾਂ ਨੂੰ ਬਚਾਉਣਾ ਚਾਹੁੰਦੇ ਹੋ ਤੇ ਅੱਜ ਬਚਾਓ, ਕਹਿੰਦੇ ਬੇਪਤੀਆਂ ਹੁੰਦੀਆਂ। ਪਿਆਰਿਓ, ਉਸ ਵੇਲੇ ਭਾਈ ਮੋਹਨ ਸਿੰਘ ਤੇ ਸਰਦਾਰ ਤੇਜਾ ਸਿੰਘ ਪੁੱਚਰ ਇਹ ਉਸ ਵੇਲੇ ਤਰਨਤਾਰਨ ਸਾਹਿਬ ਵਿਖੇ ਜਾਂਦੇ ਹੈ। ਹਾਲਾਂਕਿ ਇਹ ਪੁਜਾਰੀਆਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਦੋਂ ਉਹ ਆਉਣਗੇ, ਉਹਨਾਂ ਕਿਹਾ ਕਿ ਜਦੋਂ ਇਹ ਆਉਣਗੇ ਤੇ ਅਸੀਂ ਇਹਨਾਂ ਤੇ ਹਮਲਾ ਕਰਨਾ। ਤੇ ਬਾਰ-ਬਾਰ ਉਹੀ ਗੱਲ ਕਹੀ ਗਈ ਬਈ ਅਸੀਂ ਸਮਝੌਤਾ ਚਾਹੁੰਦੇ ਹਾਂ, ਅਸੀਂ ਸਮਝੌਤਾ ਚਾਹੁੰਦੇ ਹਾਂ, ਅਸੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ। ਪਰ ਇਹ ਗੱਲ ਜਿਹੜੀ ਆ ਉਹ ਉੱਪਰੋਂ ਹੋਰ ਤੇ ਅੰਦਰੋਂ ਹੋਰ। ਜਦੋਂ ਭਾਈ ਮੋਹਨ ਸਿੰਘ ਗਏ ਤੇ ਉਹਨਾਂ ਨੇ, ਮਹੰਤ ਸੀਗੇ ਹਰਦਿਤ ਸਿੰਘ ਪੁਜਾਰੀ ਸੀ, ਉਹਨਾਂ ਨੇ ਕੀ ਕੀਤਾ, ਆਪਣੇ ਘਰ ਦੇ ਵਿੱਚੋਂ ਹੱਥ ਗੋਲੇ ਸੁੱਟੇ, ਜਿਹਨੂੰ ਆਪਾਂ ਹੈਂਡ ਗ੍ਰੇਨੇਡ ਕਹਿੰਦੇ ਆ। ਹੱਥ ਗੋਲੇ ਉਹਨਾਂ ਨੇ ਸੁੱਟੇ ਤੇ ਉੱਥੇ 2 ਸਿੰਘ ਜ਼ਖਮੀ ਹੋਏ। ਸ੍ਰੀ ਦਰਬਾਰ ਸਾਹਿਬ ਦੇ ਤਰਨਤਾਰਨ ਸਾਹਿਬ ਦੇ ਵਿੱਚ ਜਦੋਂ ਸਿੰਘ ਮੱਥਾ ਟੇਕਦੇ ਨੇ, ਉਹਨਾਂ ਨੇ ਨੇਜਾ ਮਾਰਿਆ ਤੇ ਉੱਥੇ ਮਾਰ ਕੇ ਸਿੰਘ ਸ਼ਹੀਦ ਕੀਤੇ। ਇੱਕ ਸਿੰਘ ਉੱਥੇ ਸ਼ਹੀਦ ਹੋ ਗਿਆ, ਇੱਕ ਸਿੰਘ ਬਾਅਦ ਵਿੱਚ ਸ਼ਹੀਦ ਹੁੰਦਾ। ਉੱਥੇ ਤਰਨਤਾਰਨ ਸਾਹਿਬ ਦੇ 2 ਸ਼ਹੀਦ ਨੇ। ਤੇ ਜਦੋਂ ਇਹ ਸਿੰਘ ਸ਼ਹੀਦ ਹੁੰਦੇ ਆ, ਤਰਨਤਾਰਨ ਸਾਹਿਬ ਬਾਅਦ ਵਿੱਚ ਆਜ਼ਾਦ ਹੁੰਦਾ ਹੈ ਮਹੰਤਾਂ ਦੇ ਕਬਜ਼ਿਆਂ ਤੋਂ, ਸਰਬਰਾਹ ਦੇ। ਤੇ ਜਦੋਂ ਆਜ਼ਾਦ ਹੋਇਆ ਤੇ ਉਸ ਵੇਲੇ ਭਾਈ ਲਛਮਣ ਸਿੰਘ ਧਾਰੋਵਾਲੀ ਉੱਥੇ ਆਉਂਦੇ ਆ। ਇਹ ਨਾਮ ਬੱਚਿਓ ਯਾਦ ਰੱਖਿਓ, ਭਾਈ ਲਛਮਣ ਸਿੰਘ ਧਾਰੋਵਾਲੀ ਪਿੰਡ ਹੈ ਉਹਨਾਂ ਦਾ। ਤੇ ਭਾਈ ਲਛਮਣ ਸਿੰਘ ਜਦੋਂ ਉੱਥੇ ਆਉਂਦੇ ਆ ਨਾ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸਿੱਖ ਸੰਗਤ ਮਨਾ ਰਹੀ ਹੈ ਤੇ ਨਾਲ ਉਹਨਾਂ ਸ਼ਹੀਦਾਂ ਦੀ ਯਾਦਗਾਰ ਮਨਾ ਰਹੀ ਹੈ। ਤੇ ਜਦੋਂ ਭਾਈ ਲਛਮਣ ਸਿੰਘ ਉੱਥੇ ਇੱਕ ਗੱਲ ਕਹਿੰਦੇ ਸਤਿਗੁਰੂ, ਇਹ ਸਾਡੇ ਤਵਾਰੀਖੀ ਗ੍ਰੰਥਾਂ ਦੇ ਵਿੱਚ ਲਿਖਿਆ। ਉਹਨਾਂ ਕਿਹਾ, ਕਹਿੰਦੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਤੁਸੀਂ ਸ਼ਹੀਦ ਹੋਏ, ਕਹਿੰਦੇ ਸਿੱਖੀ ਦੀ ਪਰਕਲਪਨਾ ਵਾਸਤੇ ਤੁਸੀਂ ਸ਼ਹੀਦ ਹੋਏ। ਤਤੀ ਤਵੀ ਤੇ ਬੈਠੇ ਤੁਹਾਡੇ ਸੀਸ ਤੇ ਗਰਮ ਰੇਤਾ ਪਾਇਆ ਗਿਆ, ਕਹਿੰਦੇ ਤੁਹਾਨੂੰ ਸ਼ਹੀਦ ਕੀਤਾ ਗਿਆ। ਤਰਨਤਾਰਨ ਸਾਹਿਬ ਦੀ ਮਾਣ ਪ੍ਰਤਿਸ਼ਠਾ ਨੂੰ ਪਵਿੱਤਰ ਕਰਨ ਵਾਸਤੇ ਅੱਜ 2 ਸਿੰਘਾਂ ਨੇ ਆਪਣਾ ਲਹੂ ਡੋਲ ਕੇ ਇਸ ਥਾਂ ਨੂੰ ਪਵਿੱਤਰ ਕੀਤਾ ਹੈ। ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਮੇਰੇ ਤੇ ਕਿਰਪਾ ਕਰੋ, ਕਹਿੰਦੇ ਸ੍ਰੀ ਨਨਕਾਣਾ ਸਾਹਿਬ ਦੀ ਸੇਵਾ ਮੈਨੂੰ ਬਖਸ਼ੋ, ਮੈਂ ਚਾਹੁੰਦਾ ਮੈਂ ਉੱਥੇ ਸ਼ਹੀਦ ਹੋ ਜਾਵਾਂ। ਇਹ ਭਾਈ ਲਛਮਣ ਸਿੰਘ ਧਾਰੋਵਾਲੀ ਨੇ ਆਪਣੇ ਬਚਨ ਕਹੇ ਉਸ ਵੇਲੇ। ਪਿਆਰਿਓ, ਇਹ ਘਟਨਾ ਫਰਵਰੀ 1921 ਦੀ ਹੈ, ਫੈਬਰਰੀ 1921। ਤੇ ਉਸ ਵੇਲੇ ਇਹ ਗੱਲ ਬਾਰ-ਬਾਰ ਭਾਈ ਲਛਮਣ ਸਿੰਘ ਧਾਰੋਵਾਲੀ ਕਰ ਰਹੇ ਸੀ ਕਿ ਬਈ ਸ੍ਰੀ ਨਨਕਾਣਾ ਸਾਹਿਬ ਦੀ ਸੇਵਾ ਬਹਾਲ ਹੋਵੇ। ਹੁਣ ਸ੍ਰੀ ਨਨਕਾਣਾ ਸਾਹਿਬ ਕੀ ਹੈ ਪਿਆਰਿਓ? ਸ੍ਰੀ ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦਾ ਸਥਾਨ ਹੈ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਪਹਿਲਾ ਨਾਂ ਰਾਏ ਭੋਏ ਕੀ ਤਲਵੰਡੀ ਹੈ। ਰਾਏ ਬੁਲਾਰ ਇੱਥੋਂ ਦਾ ਮੁੱਖ ਹੈ ਤੇ ਰਾਏ ਬੁਲਾਰ ਨੇ ਇਹ ਸਾਰੀ ਜ਼ਮੀਨ ਤਕਰੀਬਨ 750 ਮੁਰੱਬਾ ਜ਼ਮੀਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਕੀਤੀ ਤੇ ਜਿਹਦਾ ਨਾਂ ਪਿਆ ਨਨਕਾਣਾ, ਭਾਵ ਨਾਨਕਾਇਣਾ। ਇਹ ਪਹਿਲਾ ਪੁਰਾਤਨ ਸ਼ਬਦ ਸੀ
ਨਾਨਕਾਣਾ ਦਾ ਅਰਥ ਹੁੰਦਾ ਨਾਨਕ ਜਿੱਥੇ ਆਇਆ, ਉਹ ਸਥਾਨ। ਪਿਆਰਿਓ, ਉਸ ਨਨਕਾਣਾ ਸਾਹਿਬ ਦੀ ਧਰਤੀ ਤੇ ਪਹਿਲਾਂ 2 ਮਹੰਤ ਹੋਏ। ਉਹ ਨਨਕਾਣਾ ਸਾਹਿਬ ਗੁਰਦੁਆਰੇ ਦੀ ਸੰਭਾਲ ਵਾਸਤੇ ਜੋ ਪਹਿਲਾਂ ਅੰਗਰੇਜ਼ਾਂ ਨੇ ਲਾਏ ਸੀ, ਜਿਹਦੇ ਨਾਂ ਸੀ ਸਾਧੂ ਰਾਮ ਤੇ ਕ੍ਰਿਸ਼ਨ ਦਾਸ। ਇਹਨਾਂ ਵੀ ਬਹੁਤ ਬੇਪੱਤੀਆਂ ਕੀਤੀਆਂ, ਮਾੜੇ ਕਾਰਜ ਕੀਤੇ। ਇੱਥੋਂ ਤੱਕ ਸ੍ਰੀ ਨਨਕਾਣਾ ਸਾਹਿਬ ਸ਼ਰਾਬਾਂ ਦਾ ਦੌਰ ਚੱਲਦਾ ਸੀ। ਇਹਨਾਂ ਨੇ ਮਾੜੀਆਂ ਇਸਤਰੀਆਂ ਕੰਜਰੀਆਂ ਬੁਲਾ ਕੇ ਸ੍ਰੀ ਨਨਕਾਣਾ ਸਾਹਿਬ ਵਿੱਚ ਨਾਚ ਉਹਨਾਂ ਦਾ ਕਰਾਇਆ ਲਾਹੌਰ ਤੋਂ। ਤੇ ਉਦੋਂ ਫਿਰ ਇਹ ਜਿਹੜਾ ਮਹੰਤ ਸੀ ਨਰੈਣ ਦਾਸ, ਇਹ ਜਦੋਂ ਮਹੰਤ ਕ੍ਰਿਸ਼ਨ ਦਾਸ ਮਰ ਜਾਂਦਾ ਤੇ ਨਰੈਣ ਦਾਸ ਚਾਬੀਆਂ ਚੁੱਕ ਕੇ ਲੈ ਜਾਂਦਾ, ਤੇ ਉਦੋਂ ਫਿਰ ਆ ਕੇ ਇਹ ਗੱਲ ਕਹਿੰਦਾ ਹੈ। ਉਹਨਾਂ ਦਾ ਨਾਂ ਸੀ, ਵਾਹਿਗੁਰੂ ਜੀ, ਸਾਧੂ ਰਾਮ ਤੇ ਕ੍ਰਿਸ਼ਨ ਦਾਸ। ਇਹ ਪਹਿਲਾਂ 2 ਮਹੰਤ ਹੋਏ ਜਿਹੜੇ ਮਾੜੇ ਸਨ। ਫਿਰ ਮਹੰਤ ਨਰੈਣ ਦਾਸ ਆਂਦਾ ਹੈ, ਤੇ ਇਹ ਮਹੰਤ ਨਰੈਣ ਦਾਸ ਜਿਹੜਾ ਇਹ ਹੋਰ ਵੀ ਜ਼ਿਆਦਾ ਪਾਪ ਕਰ। ਹਾਲਾਂਕਿ ਸਿੱਖਾਂ ਦੇ ਸਾਹਮਣੇ ਗੱਲ ਕਹਿੰਦਾ ਬਈ ਨਹੀਂ, ਮੈਂ ਮਰਿਆਦਾ ਬਹਾਲ ਕਰਾਂਗਾ, ਚੰਗੇ ਕਾਰਜ ਕਰਾਂਗਾ, ਮੈਜਿਸਟ੍ਰੇਟ ਦੇ ਸਾਹਮਣੇ ਵੀ ਪੇਸ਼ ਹੁੰਦਾ। ਪਰ ਬਾਅਦ ਵਿੱਚ ਇਹ ਗੱਲ ਪੂਰੀ ਨਹੀਂ ਟੁਕਦੀ। ਮੈਂ ਆਪ ਜੀ ਨੂੰ ਇੱਕ ਕਿਤਾਬ ਦਾ ਜ਼ਿਕਰ ਕਰਨਾ ਚਾਹੁੰਦਾ, ਜੇ ਕੋਈ ਪੜ੍ਹਨਾ ਚਾਹਵੇ। ਉਹ ਕਿਤਾਬ ਹੈ ਸੋਹਣ ਸਿੰਘ ਜੋਸ਼ ਦੀ ਕਿਤਾਬ ਹੈ, ਅਕਾਲੀ ਮੋਰਚਿਆਂ ਦਾ ਇਤਿਹਾਸ, ਜਿਹਦੇ ਵਿੱਚ ਆਪ ਜੀ ਨੂੰ ਸਾਰੇ ਮੋਰਚਿਆਂ ਦਾ ਬਹੁਤ ਡਿਟੇਲ ਦੇ ਵਿੱਚ ਜ਼ਿਕਰ ਮਿਲ ਜਾਏਗਾ। ਐਨੀਵਨ ਵਾਂਟਸ ਟੂ ਨੋਟ ਇਟ ਡਾਊਨ। ਸੋਹਣ ਸਿੰਘ ਜੋਸ਼ ਦੀ ਕਿਤਾਬ ਹੈ ਅਕਾਲੀ ਮੋਰਚਿਆਂ ਦਾ ਇਤਿਹਾਸ। ਠੀਕ ਹੈ, ਮੈਂ ਨਾਲ ਕਿਤਾਬਾਂ ਵੀ ਦੱਸੀ ਜਾ ਰਹੀਆਂ ਜੇ ਆਪ ਜੀ ਪੜ੍ਹਨਾ ਚਾਹੋ ਨਾ। ਸੋ ਉਦੋਂ ਫਿਰ ਇਹ ਮਹੰਤ ਨਰੈਣ ਦਾਸ ਉੱਥੇ ਬਹੁਤ ਪਾਪ ਕਮਾਉਂਦਾ, ਬੜੇ ਬੱਜਰ ਪਾਪ ਕਮਾਉਂਦਾ। ਪਹਿਲੀ ਇਹਨਾਂ ਨੂੰ ਅੰਮ੍ਰਿਤਧਾਰੀਆਂ ਤੋਂ ਇੰਨੀ ਚਿੜ ਸੀ ਕਿ ਚਾਹੁੰਦਾ ਨਹੀਂ ਸੀ ਕਿ ਕੋਈ ਨੀਲੇ ਬਾਣੇ ਵਾਲਾ ਸਿੰਘ, ਕੋਈ ਸ਼ਸਤਰਧਾਰੀ ਸਿੰਘ ਨਨਕਾਣਾ ਸਾਹਿਬ ਦਰਸ਼ਨ ਕਰਨ ਆ ਜਾਵੇ। ਤੇ ਉਦੋਂ ਫਿਰ ਇਹਨਾਂ ਪਿੱਛੇ ਕੀ ਕੀਤਾ ਕਿ ਜਦੋਂ ਇੱਕ ਸਿੰਘ ਆਏ, ਉਹਨਾਂ ਨੇ ਨਨਕਾਣਾ ਸਾਹਿਬ ਸਰੋਵਰ 'ਚ ਇਸ਼ਨਾਨ ਕਰਨਾ ਸੀ। ਤੇ ਜਦੋਂ ਇਸ਼ਨਾਨ ਕਰਨ ਲੱਗੇ ਤੇ ਇਹਨਾਂ ਦੀ ਕਿਰਪਾਨ ਖੋਹ ਲਈ, ਉਹਨਾਂ ਦੇ ਕਕਾਰ ਖੋਹ ਲਏ, ਤੇ ਇਹਨਾਂ ਬੇਇੱਜ਼ਤ ਉਹਨਾਂ ਨੂੰ ਕੀਤਾ। ਪਰ ਫਿਰ ਵੀ ਉਹਨਾਂ ਨੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਇੱਕ ਕਬੋਲ ਨਹੀਂ ਬੋਲਿਆ। ਇੱਥੋਂ ਤੱਕ ਕਿ ਇੱਕ ਘਟਨਾ ਸਾਨੂੰ ਇਤਿਹਾਸ ਵਿੱਚ ਮਿਲਦੀ ਹੈ ਕਿ ਇੱਕ ਸਿੰਧੀ ਜੱਜ ਇਹ ਆਇਆ ਨਨਕਾਣਾ ਸਾਹਿਬ ਦੀ ਧਰਤੀ ਤੇ। ਉਦੋਂ ਫਿਰ ਇਹ ਜਦੋਂ ਆਇਆ ਤੇ ਇਹਦੇ ਨਾਲ ਇਹਦੇ ਸਾਥੀ ਸਨ। ਇਹਨੇ ਸੋਚਿਆ ਵੀ ਮੈਂ ਰਿਟਾਇਰ ਹੋ ਕੇ ਸਭ ਤੋਂ ਪਹਿਲਾ ਕੰਮ ਇਹ ਕਰਾਂਗਾ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਤੇ ਨਤਮਸਤਕ ਹੋਵਾਂ। ਉਹਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇੰਨਾ ਕੁਝ ਮਾੜੇ ਕੰਮ ਇੱਥੇ ਚੱਲ ਰਹੇ ਆ। ਤੇ ਉਹ ਆਪਣੇ ਪਰਿਵਾਰ ਸਮੇਤ, ਰਿਸ਼ਤੇਦਾਰਾਂ ਸਮੇਤ ਉੱਥੇ ਪਹੁੰਚਿਆ। ਤੇ ਜਦੋਂ ਕਮਰਾ ਮੰਗਿਆ, ਕਮਰਾ ਮਿਲ ਗਿਆ। ਜਦੋਂ ਕਮਰਾ ਤੇ ਮਿਲ ਗਿਆ, ਪਰ ਕਮਰੇ ਵਿੱਚ ਬੱਤੀ ਨਹੀਂ ਸੀ, ਲਾਈਟ ਨਹੀਂ ਸੀ, ਦੀਵਾ ਨਹੀਂ ਸੀ। ਤੇ ਉਹਨੇ ਕਿਹਾ ਬਈ ਇੱਥੇ ਲਾਈਟ ਨਹੀਂ, ਤੁਸੀਂ ਲਾਈਟ ਦਾ ਪ੍ਰਬੰਧ ਕਰੋ। ਤੇ ਉਹਨਾਂ ਕਿਹਾ ਬਈ ਆ ਤੇਰੀ ਬੱਚੀ, ਤੇਰੀ ਗੁੱਡੀ ਆ, ਕਹਿੰਦੀ ਤੂੰ ਇਹਨੂੰ ਭੇਜ ਦੋ, ਕਹਿੰਦੇ ਅਸੀਂ ਇਹਦੇ ਹੱਥ ਦੀਵਾ ਭੇਜ ਦੇਵਾਂਗੇ। ਬਸ ਉਹਨਾਂ ਦੀ ਬੱਚੀ, ਜਿਹਦੀ ਉਮਰ ਕਈਆਂ ਨੇ 14 ਸਾਲ ਲਿਖੀ, ਉਹ 14 ਸਾਲ ਦੀ ਬੱਚੀ ਦੀਵਾ ਲੈਣ ਵਾਸਤੇ ਜਾਂਦੀ ਹੈ। ਤੇ ਉਸ ਦੂਜੇ ਪਾਸੇ ਸੋਦਰ ਦਾ ਦੀਵਾਨ ਸ਼ੁਰੂ ਹੋ ਜਾਂਦਾ ਤੇ ਸਾਰੀ ਸੰਗਤ ਸੋਦਰ ਦੇ ਦੀਵਾਨ ਚਲ ਜਾਂਦੀ। ਉਹ ਬੱਚੀ ਜਿਹੜੀ ਆ ਉਹ ਪਿੱਛੇ ਉਹਦੀ ਬੇਪੱਤੀ ਕਰਦੇ ਆ, ਇੰਨੇ ਕੁ ਮਾੜੇ ਕਾਰਜ ਉਹਦੇ ਨਾਲ ਕਰਦੇ ਆ ਕਿ ਬੱਚੀ ਰੋਂਦੀ ਕੁਰਲਾਉਂਦੀ ਆਪਣੇ ਮਾਪਿਓ ਦੇ ਕੋਲ ਆਉਂਦੀ ਹੈ ਤੇ ਕਹਿੰਦੀ ਆ ਕਿ ਮੇਰੇ ਨਾਲ ਆਹ ਕੁਝ ਕੀਤਾ। ਤੇ ਮਾਪਿਓ ਉਸ ਵੇਲੇ ਜਿਹੜੇ ਜੱਜ ਸੀਗੇ, ਸਿੰਧੀ ਜੱਜ, ਉਹਨਾਂ ਦੀਆਂ ਅੱਖਾਂ ਚੋਂ ਹੰਝੂ ਨਿਕਲ ਜਾਂਦੇ। ਤੇ ਉਹ ਜਦੋਂ ਇਹ ਗੱਲ ਪੁੱਛਦੇ ਆ ਮਹੰਤ ਨਰੈਣੂ ਨੂੰ ਕਿ ਆਹ ਕੀ ਹੋਇਆ, ਤੇ ਇੱਕੋ ਗੱਲ ਕਹਿੰਦਾ ਆਪਣੀ ਜ਼ੁਬਾਨ ਨਾ ਖੋਲਿਓ। ਕਹਿੰਦੇ ਜੇ ਕਿਸੇ ਨੂੰ ਜਾ ਕੇ ਦੱਸਿਆ, ਕਹਿੰਦੇ ਇਹ ਧੀ ਵੀ ਮਾਰ ਦੇਵਾਂਗੇ, ਨਾਲ ਤੁਹਾਨੂੰ ਵੀ ਮਾਰ ਦੇਵਾਂਗੇ। ਇਹ ਉਸ ਵੇਲੇ ਘਟਨਾ ਵਾਪਰਦੀ ਹੈ। ਤੇ ਉਦੋਂ ਫਿਰ ਉਹ ਇੱਕ ਗੱਲ ਕਹਿੰਦੇ ਆ ਉਹਨਾਂ ਨੂੰ ਕਿ ਬਈ, ਕਹਿੰਦੇ ਤੁਹਾਡੀ ਧੀ ਅਸੀਂ ਦੇਣੀ ਨਹੀਂ। ਫਿਰ ਖੋਹ ਲੈਂਦੇ ਆ ਉਹਨਾਂ ਦੀ ਧੀ, ਕਹਿੰਦੇ ਤੁਹਾਡੀ ਧੀ ਅਸੀਂ ਦੇਣੀ ਨਹੀਂ, ਕਹਿੰਦੇ ਕੱਲ ਜਦੋਂ ਤੁਸੀਂ ਸਟੇਸ਼ਨ ਤੇ ਜਾਓਗੇ ਤੁਹਾਨੂੰ ਉਦੋਂ ਦੇਵਾਂਗੇ। ਤੇ ਸਾਰੀ ਰਾਤ ਫੇਰ ਉਹਨੂੰ ਲਿਜਾ ਕੇ ਉਹਦੀ ਬੇਪੱਤੀ ਕਰਦੇ ਆ। ਇੰਨੀ ਕੁ ਮਾੜੇ ਕਾਰਜ ਇਹਨਾਂ ਨੇ ਕੀਤੇ। ਚੌਥੀ ਬੜੀ ਵੱਡੀ ਘਟਨਾ ਹੁੰਦੀ ਹੈ ਕਿ ਲਿਆਲਪੁਰ ਤੋਂ 6 ਬੀਬੀਆਂ ਆਈਆਂ, ਬੀਬੀਆਂ ਦਾ ਜੱਥਾ ਆਉਂਦਾ ਸ੍ਰੀ ਨਨਕਾਣਾ ਸਾਹਿਬ ਦਰਸ਼ਨ ਕਰਨ ਵਾਸਤੇ, ਤੇ ਉਹਨਾਂ ਦੀ ਵੀ ਬੇਪੱਤੀ ਕੀਤੀ ਜਾਂਦੀ ਹੈ। ਪੰਜਵਾਂ ਇੱਕ ਬੜਾ ਵੱਡਾ ਸਾਨੂੰ ਤਵਾਰੀਖ ਗ੍ਰੰਥਾਂ ਵਿੱਚੋਂ ਮਿਲਦਾ ਕਿ ਇੱਕ ਮੁਸਲਮਾਨ ਮਿਰਾਸਣ ਇਸ ਮਹੰਤ ਨਰੈਣੂ ਨੇ ਰੱਖੀ ਹੋਈ ਸੀ, ਜਿਹਦੇ 2 ਘਰ, ਇੱਕ ਨਨਕਾਣਾ ਸਾਹਿਬ ਵਿੱਚ ਤੇ ਇੱਕ ਬਾਜ਼ਾਰ ਦੇ ਵਿੱਚ, 2 ਘਰ ਉਹਨੂੰ ਲੈ ਕੇ ਦਿੱਤੇ ਤੇ ਇਹ ਮਾੜੇ ਕਾਰਜ ਉਹਦੇ ਨਾਲ ਵੀ ਕਰਦਾ ਹੁੰਦਾ ਸੀ। ਤੋ ਇਹ ਬਹੁਤ ਘਾਣ ਇਹਨਾਂ ਨੇ ਸ੍ਰੀ
ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਕੀਤਾ। ਤੇ ਉਦੋਂ ਜਦੋਂ ਸੰਗਤਾਂ ਨੂੰ ਇਹ ਗੱਲਾਂ ਪਤਾ ਲੱਗਦੀਆਂ ਸੀ, ਤੁਸੀਂ ਸੋਚ ਕੇ ਦੇਖੋ, ਜਿਹੜਾ ਸਿੱਖ ਹੈ, ਜਿਹੜੀ ਭਾਵਨਾ ਰੱਖਦਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਥਾਨਾਂ ਬਾਰੇ, ਉਹਦੇ ਮਨ 'ਚ ਕੀ ਕੁਝ ਵਾਪਰੇਗਾ ਇਹ ਸਾਰਾ ਕੁਝ ਸੁਣ ਕੇ। ਤੇ ਭਾਈ ਲਛਮਣ ਸਿੰਘ ਧਾਰੋਵਾਲੀ ਜਦੋਂ ਇਹ ਘਟਨਾ ਸੁਣੀ, ਤੇ ਹੋਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਤੇਜਾ ਸਿੰਘ ਭੁੱਚਰ, ਪ੍ਰੋਫੈਸਰ ਨਿਰੰਜਨ ਸਿੰਘ, ਇਹਨਾਂ ਸਾਰਿਆਂ ਨੂੰ ਜਦੋਂ ਇਹ ਗੱਲ ਪਤਾ ਲੱਗੀ, ਤੇ ਉਹਨਾਂ ਕਿਹਾ ਬਈ ਆਪਾਂ ਕਿਸੇ ਤਰੀਕੇ ਇਹ ਨਨਕਾਣਾ ਸਾਹਿਬ ਦੀ ਧਰਤੀ ਨੂੰ ਵੀ ਹੁਣ ਆਜ਼ਾਦ ਕਰਾਈਏ। ਤੇ ਉਦੋਂ ਮਹੰਤ ਨਰੈਣ ਦਾਸ ਨਾਲ ਇੱਕ ਮੀਟਿੰਗ ਹੁੰਦੀ ਹੈ ਭਾਈ ਕਰਤਾਰ ਸਿੰਘ ਝੱਬਰ ਦੇ ਨਾਲ। ਤੇ ਮਹੰਤ ਨਰੈਣ ਇੱਕ ਗੱਲ ਕਹਿੰਦਾ ਬਈ ਮੇਰੀਆਂ 3 ਸ਼ਰਤਾਂ ਨੇ, ਮੈਂ ਇਹ ਸਾਰਾ ਪ੍ਰਬੰਧ ਛੱਡ ਦੇਵਾਂਗਾ। ਉਹ ਸ਼ਰਤਾਂ ਕੀ ਨੇ, ਬੜੀ ਵੱਡੀ ਸੁਣਨ ਵਾਲੀ ਹੈ। ਉਹ ਕਹਿੰਦਾ ਬਈ ਮੈਂ ਸ੍ਰੀ ਨਨਕਾਣਾ ਸਾਹਿਬ ਦੀ ਜਿੰਨੀ ਜਾਇਦਾਦ ਹੈ, ਉਹ ਜਾਇਦਾਦ ਮੈਨੂੰ ਮਿਲ ਜਾਵੇ, ਕਿਸੇ ਤਰੀਕੇ ਮੈਨੂੰ ਮਿਲ ਜਾਏ, ਅੱਧੀ ਜਾਇਦਾਦ। ਦੂਜੀ ਉਹਨੇ ਗੱਲ ਕਹੀ ਬਈ ਮੈਨੂੰ ਸ੍ਰੀ ਨਨਕਾਣਾ ਸਾਹਿਬ ਦੇ ਧਰਤੀ ਤੋਂ ਕੱਢਿਆ ਨਾ ਜਾਵੇ, ਨਨਕਾਣਾ ਸਾਹਿਬ ਗੁਰਦੁਆਰੇ ਤੋਂ ਮੈਨੂੰ ਬਾਹਰ ਕੱਢਿਆ ਨਾ ਜਾਵੇ, ਅੱਧੀ ਜਾਇਦਾਦ ਮੇਰੇ ਨਾਂ ਕੀਤੀ ਜਾਵੇ। ਤੇ ਤੀਸਰਾ ਬਚਨ ਇਹ ਕਿਹਾ ਗਿਆ, ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਿੱਚ ਥਾਂ ਦਿੱਤੀ ਜਾਵੇ, ਮੈਨੂੰ ਮੈਂਬਰ ਬਣਾਇਆ ਜਾਵੇ। ਹੁਣ ਦੇਖੋ, ਬੜੀ ਵੱਡੀ ਗੱਲ ਇਹ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਪੰਥ ਦੀ ਸਿਰਮੌਰ ਜਥੇਬੰਦੀ ਹੈ। ਸ਼੍ਰੋਮਣੀ ਦਾ ਅਰਥ ਹੁੰਦਾ ਸਭ ਤੋਂ ਉੱਚ ਸੰਸਥਾ। ਔਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈਜਿਸਲੇਚਰ ਦੇ ਵਿੱਚ ਇੱਕ ਗੱਲ ਹੈ ਕਿ ਜਿਹੜਾ ਸਿੱਖੀ ਦੇ ਸਿੱਖ ਨਹੀਂ ਹੈ, ਜਿਹੜਾ 10 ਗੁਰੂ ਸਾਹਿਬਾਨਾਂ ਦੇ ਉੱਪਰ ਭਰੋਸਾ ਨਹੀਂ ਰੱਖਦਾ, ਉਹਨਾਂ ਦੀ ਟੀਚਿੰਗਸ ਤੇ ਭਰੋਸਾ ਨਹੀਂ ਰੱਖਦਾ, ਜਿਹੜਾ ਕੀਸਾਧਾਰੀ ਨਹੀਂ, ਜਿਹੜਾ ਅੰਮ੍ਰਿਤ ਨਹੀਂ ਛਕਿਆ ਹੋਇਆ, ਜਿਹੜਾ ਦਸਵੰਧ ਨਹੀਂ ਕਰਦਾ, ਜਿਹੜਾ ਨਿਤਨੇਮੀ ਨਹੀਂ, ਜਿਹਨੇ ਅੰਮ੍ਰਿਤ ਵੇਲਾ ਨਹੀਂ ਸੰਭਿਆ ਹੋਇਆ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਹੀਂ ਬਣ ਸਕਦਾ। ਤੇ ਉਦੋਂ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਹਿਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਰਹੀ ਸੀ। ਤੇ ਜਿੰਨੇ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਵਿੱਚ ਡਿਸਪਿਊਟਡ ਸਨ, ਉਹਨਾਂ ਗੁਰਦੁਆਰਿਆਂ ਨੂੰ ਕਿਸੇ ਤਰੀਕੇ ਨਾਲ ਮਹੰਤਾਂ ਤੱਕ ਪਹੁੰਚਾਇਆ ਜਾ ਰਿਹਾ, ਮਹੰਤਾਂ ਤੋਂ ਕੱਢ ਕੇ ਸਿੱਖਾਂ ਤੱਕ ਪਹੁੰਚਾਇਆ ਜਾ ਰਿਹਾ। ਤੇ ਇਹ ਗੱਲ ਜਦੋਂ ਭਾਈ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਦੀ ਆ, ਤੇ ਉਹ ਕਹਿੰਦੇ ਵੀ 2 ਤੇ ਸ਼ਰਤਾਂ ਮੰਨ ਸਕਦੇ ਆ, ਅੱਧੀ ਜਾਇਦਾਦ ਵੀ ਤੈਨੂੰ ਦੇ ਦੇਵਾਂਗੇ। ਉਹਨਾਂ ਕਿਹਾ ਦੂਜੀ ਗੱਲ ਇਹ ਕਿ ਤੂੰ ਚਾਹੁੰਦਾ ਹੈ ਤੈਨੂੰ ਨਨਕਾਣਾ ਸਾਹਿਬ ਤੋਂ ਬਾਹਰ ਨਾ ਕੱਢਿਆ ਜਾਵੇ, ਇਹ ਵੀ ਮੰਨ ਲੈਂਦੇ। ਪਰ ਉਹਨਾਂ ਕਿਹਾ ਤੀਸਰੀ ਗੱਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਈਏ, ਇਹ ਗੱਲ ਨਹੀਂ ਹੋ ਸਕਦੀ, ਇਹ ਨਹੀਂ ਅਸੀਂ ਤੈਨੂੰ ਕਰਨ ਦੇ ਸਕਦੇ, ਕਿਉਂਕਿ ਇਹ ਮਰਿਆਦਾ ਹੈ। ਤੇ ਦੇਖੋ ਹੁਣ ਉਸ ਵੇਲੇ ਦੇ ਸਿੱਖਾਂ ਦੇ ਕਿਰਦਾਰ ਕਿ ਉਹ ਮਰਿਆਦਾ ਤੋਂ ਕੰਪਰੋਮਾਈਜ਼ ਨਹੀਂ ਕਰਦੇ, ਕਿਸੇ ਵੀ ਰੂਪ ਦੇ ਵਿੱਚ ਨਹੀਂ ਕਰਦੇ। ਤੇ ਪਿਆਰਿਓ, ਇੱਕ ਉਸ ਵੇਲੇ ਘਟਨਾ ਵਾਪਰਦੀ ਕਿ 4, 5 ਤੇ 6 ਮਾਰਚ ਨੂੰ 3 ਸ਼ਰਤਾਂ ਵਾਹਿਗੁਰੂ ਜੀ। ਇੱਕ ਕਿ ਪਹਿਲੀ ਗੱਲ, ਨਨਕਾਣਾ ਸਾਹਿਬ ਦੀ ਜਿੰਨੀ ਜ਼ਮੀਨ ਹੈ 750 ਮੁਰੱਬੇ, ਉਹਦੇ ਵਿੱਚੋਂ ਅੱਧੀ ਜ਼ਮੀਨ ਇਹਦੇ ਮਹੰਤ ਨਰੈਣੂ ਨੂੰ ਦਿੱਤੀ ਜਾਵੇ। ਦੂਜੀ ਸ਼ਰਤ ਇਹ ਕਿ ਉਸ ਵੇਲੇ ਨਨਕਾਣਾ ਸਾਹਿਬ ਦੇ ਦਰਬਾਰ ਤੋਂ ਬਾਹਰ ਨਾ ਕੱਢਿਆ ਜਾਵੇ, ਤੇ ਤੀਸਰੀ SGPC ਦਾ ਮੈਂਬਰ ਬਣਾਇਆ। ਇਹ 3 ਸ਼ਰਤ। ਸੋ ਉਸ ਵੇਲੇ ਕੀ ਹੁੰਦਾ, 4, 5 ਤੇ 6 ਮਾਰਚ 1921 ਨੂੰ ਇੱਕ ਨਨਕਾਣਾ ਸਾਹਿਬ ਕਾਨਫਰੰਸ ਬੁਲਾਈ ਜਾਂਦੀ ਹੈ। ਤੇ ਜਦੋਂ ਉਹ ਕਾਨਫਰੰਸ ਬੁਲਾਈ ਜਾਂਦੀ ਹੈ, ਤੇ ਕਾਨਫਰੰਸ ਦੇ ਵਿੱਚ ਇਹ ਗੱਲ ਪਤਾ ਲੱਗ ਜਾਂਦੀ ਮਹੰਤ ਨੂੰ ਕਿ ਇਹ ਕਾਨਫਰੰਸ ਨਨਕਾਣਾ ਸਾਹਿਬ ਬੁਲਾਈ ਜਾਣੀ ਆ, ਤੇ ਮੈਂ ਕਹਿੰਦੇ ਮੈਨੂੰ ਇਹਨਾਂ ਨੇ ਇੱਥੋਂ ਕੱਢ ਦੇਣਾ, ਤੇ ਮੈਂ ਇਹ ਹੋਣ ਨਹੀਂ ਰਹਿਣਾ, ਮੈਂ ਨਨਕਾਣਾ ਸਾਹਿਬ ਛੱਡ ਕੇ ਨਹੀਂ ਜਾਣਾ। ਤੇ ਇਸ ਵੇਲੇ ਇਹਨੇ 60,000 ਰੁਪਈਆ, ਉਸ ਵੇਲੇ ਦਾ ਤੁਸੀਂ ਸੋਚ ਕੇ ਦੇਖੋ, 60,000 ਉਸ ਵੇਲੇ ਕਿੰਨੇ ਕੁ ਲੱਖਾਂ ਦੇ ਵਿੱਚ ਹੋਵੇਗਾ। 60,000 ਰੁਪਈਆ ਇਹਨੇ ਇਕੱਠਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਰਲਲ ਇੱਕ ਕਮੇਟੀ ਬਣਾਈ, ਤੇ ਇਹ ਉਸ ਵੇਲੇ ਇਹ ਸਾਰਾ ਕੁਝ ਕਰਨ ਦੇ ਵਿੱਚ ਉਤਾਰੂ ਸੀ ਕਿ ਇਹਨੇ ਹਥਿਆਰ ਇਕੱਠੇ ਕੀਤੇ, ਚੰਗੇ 94 ਬਦਮਾਸ਼ ਗੁੰਡੇ ਇਹਨੇ ਇਕੱਠੇ ਕੀਤੇ, ਅਸਲਾ ਇਕੱਠਾ ਕੀਤਾ, ਪੈਟਰੋਲ ਦੇ ਬੰਬ ਇਕੱਠੇ ਕੀਤੇ। ਇਹ ਸਾਰਾ ਕੁਝ ਨੇ ਇਕੱਠਾ ਕਰਕੇ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ ਰੱਖਿਆ ਕਿ ਜਦੋਂ ਸਿੱਖ ਆਉਣਗੇ ਤੇ ਮੈਂ ਬਸ ਇੱਕੋ ਵਾਰੀ ਸਾਰੇ ਜਿੰਨੇ ਪਤਵੰਤੇ ਲੀਡਰਸ ਨੇ ਇਹਨਾਂ ਨੂੰ ਇੱਕੋ ਵਾਰੀ ਮੁਕਾ ਦੇਵਾਂਗਾ, ਤਾਂ ਕਿ ਅੱਗੇ ਤੋਂ ਕੋਈ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਦੀ ਮੰਗ ਹੀ ਨਾ ਕਰੇ। ਤੇ ਇਹ ਸਾਰਾ ਕੁਝ ਉਸ ਵੇਲੇ ਚੱਲ ਰਿਹਾ ਸੀ ਮਹੰਤ ਵਾਲੇ ਪਾਸੇ। ਤੇ ਉਦੋਂ ਹੀ ਇੱਕ ਘਟਨਾ ਵਾਪਰੀ ਕਿ ਇਹ ਗੱਲ ਪਤਾ ਲੱਗ ਗਈ ਭਾਈ ਕਰਤਾਰ ਸਿੰਘ ਝੱਬਰ ਨੂੰ, ਉਹਨਾਂ ਨੇ ਵਿੱਚ ਸੂਈਆ ਛੱਡਿਆ ਸੀ, ਉਤੋਂ ਉਹਨਾਂ ਨੂੰ ਗੱਲ ਪਤਾ ਲੱਗ ਗਈ ਕਿ ਇੱਦਾਂ ਮਹੰਤ ਜਿਹੜਾ ਇਹ ਮਾੜੇ
ਫੁਰਨੇ ਬਣਾ ਰਿਹਾ ਆ। ਤੇ ਸਿੱਖਾਂ ਨੂੰ ਇਸ ਗੱਲ ਦੀ ਸੂਹ ਮਿਲੀ ਤੇ ਉਹਨਾਂ ਕਿਹਾ ਵੀ ਅਸੀਂ ਕਿੰਨਾ ਚੰਗਾ ਹੋਵੇ ਕਿ ਅਸੀਂ ਮਾਰਚ ਨੂੰ ਜਾਣ ਦੀ ਥਾਂ ਇਹ 20 ਫਰਵਰੀ ਨੂੰ ਮਹੰਤ ਨੇ ਲਾਹੌਰ ਜਾਣਾ ਹੈ, ਇੱਕ ਸਿੱਖ ਸਨਾਤਨ ਕਾਨਫਰੰਸ ਦੇ ਵਾਸਤੇ 20 ਫਰਵਰੀ ਨੂੰ ਨਹੀਂ ਜਾਣਾ ਹੈ। ਤੇ ਉਸ ਵੇਲੇ ਅਸੀਂ ਕਿਸੇ ਤਰੀਕੇ ਕੋਸ਼ਿਸ਼ ਕਰਕੇ ਇਹ ਜਦੋਂ ਲਾਹੌਰ ਹੋਵੇਗਾ ਤੇ ਅਸੀਂ ਪਿੱਛੋਂ ਜਾ ਕੇ ਨਨਕਾਣਾ ਸਾਹਿਬ ਤੇ ਕਬਜ਼ਾ ਕਰ ਕਿਸੇ ਤਰੀਕੇ ਨਨਕਾਣਾ ਸਾਹਿਬ ਤੱਕ ਪਹੁੰਚ ਜਾਈਏ। ਤੇ ਉਦੋਂ ਸਿੱਖ ਤੇ ਇਹ ਸਾਰੀ ਸਿੱਖਾਂ ਨੂੰ ਨਹੀਂ ਸੀ ਪਤਾ ਇਹ ਗੱਲ ਕੇਵਲ ਭਾਈ ਲਛਮਣ ਸਿੰਘ ਧਾਰੋ ਵਾਲੀ, ਭਾਈ ਕਰਤਾਰ ਸਿੰਘ ਚੂੜਕਾਣੇ ਤੇ ਭਾਈ ਇਹ ਹੋਰ ਸੰਗਤ ਜਿਹੜੀ ਲਿਆਲਪੁਰ ਤੋਂ ਸੀ, ਇਹ ਸਾਰੀ ਸੰਗਤ ਨੂੰ ਇਸ ਗੱਲ ਦਾ ਪ੍ਰਗਟਾਵਾ ਸੀ। ਪਰ ਤੇਜਾ ਸਿੰਘ ਸਮੁੰਦਰੀ ਤੇ ਹੋਰ ਜਿਹੜੇ ਪਤਵੰਤੇ ਸੱਜਣ ਸਨ, ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਕਿਉਂਕਿ ਉਹਨਾਂ ਨੂੰ ਦੱਸਿਆ ਤਾਂ ਨਹੀਂ ਸੀ ਗਿਆ ਕਿ ਇਹਨਾਂ ਨੇ ਸਾਨੂੰ ਜਾਣ ਤੋਂ ਰੋਕ ਦੇਣਾ, ਕਿਉਂਕਿ ਪਤਾ ਸੀ ਕਿ ਮਹੰਤ ਇਹ ਕੁਝ ਕਾਰਜ ਕਰ ਰਿਹਾ। ਭਾਈ ਲਛਮਣ ਸਿੰਘ ਧਾਰੋਵਾਲੀ ਬਾਰ-ਬਾਰ ਇਹ ਗੱਲ ਕਹਿੰਦੇ ਸੀ ਵੀ ਮੈਂ ਸ਼ਹੀਦ ਹੋਣਾ, ਮੈਂ ਸ੍ਰੀ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀ ਸ਼ਹਾਦਤ ਦੇਣੀ ਆ, ਤੇ ਕੋਈ ਰੋਕੇ ਭਾਵੇਂ ਕੋਈ ਕੀ ਕੁਝ ਕਹਿੰਦਾ ਰਵੇ ਵੀ ਮੈਂ ਹੁਣ ਪਿੱਛੇ ਨਹੀਂ ਹਟਣਾ। ਤੇ ਉਹਨਾਂ ਸਮਿਆਂ ਦੇ ਵਿੱਚ 3 ਜਥੇ ਇਹ ਮਿੱਥੇ ਗਏ ਕਿ ਅਸੀਂ 20 ਫਰਵਰੀ 1921 ਨੂੰ ਅਸੀਂ ਕਿਸੇ ਤਰੀਕੇ ਨਨਕਾਣਾ ਸਾਹਿਬ ਪਹੁੰਚਣਾ ਹੈ, ਜਦੋਂ ਇਹ ਮਹੰਤ ਜਿਹੜਾ ਉਹ ਲਾਹੌਰ ਜਾਣ ਵਾਸਤੇ ਤੁਰੇਗਾ। ਤੇ ਉਦੋਂ ਫਿਰ 3 ਗੱਲ ਇਹ ਜਥੇ ਜਿਹੜੇ ਬਣਾਏ ਗਏ। ਭਾਈ ਲਛਮਣ ਸਿੰਘ ਧਾਰੋਵਾਲੀ ਇਹ ਧਾਰੋਵਾਲ ਤੋਂ ਤੁਰਨਗੇ ਤੇ ਧਾਰੋਵਾਲ ਤੋਂ ਤੁਰ ਕੇ 19 ਫਰਵਰੀ ਨੂੰ ਤੁਰ ਕੇ 20 ਫਰਵਰੀ ਨੂੰ ਮਿਲਣਗੇ ਚੰਦਰਕੋਟ ਦੀ ਝਾਲ ਦੇ ਵਿੱਚ। ਸ੍ਰੀ ਨਨਕਾਣਾ ਸਾਹਿਬ ਦੇ ਬਾਹਰ ਜਿਹੜੀ ਦਰਿਆ ਵਗਦਾ ਉਹ ਝਾਲ ਹੈ, ਜਿੱਥੇ ਝਰਨਾ ਜਿਹਨੂੰ ਆਪਾਂ ਕਹਿੰਦੇ ਹਾਂ, ਉੱਥੇ ਮਿਲਣ ਦਾ 20 ਫਰਵਰੀ ਦਾ ਇਹ ਪਲਾਨ ਕੀਤਾ ਗਿਆ। ਤੇ ਦੂਜੇ ਪਾਸੇ ਭਾਈ ਕਰਤਾਰ ਸਿੰਘ ਚੂੜਕਾਣੇ ਨੇ ਆਉਣਾ ਸੀ ਤੇ ਲਿਆਲਪੁਰ ਤੋਂ ਹੋਰ ਸੰਗਤ ਨੇ ਆਉਣਾ। ਤਿੰਨਾਂ ਜਥਿਆਂ ਨੇ ਮਿਲਣਾ ਸੀਗਾ 20 ਤਰੀਕ ਨੂੰ ਚੂੜਕਾਣੇ ਦੀ ਚੰਦਰਕੋਟ ਦੀ ਝਾਲ। ਤੇ ਉਦੋਂ ਇਹ ਗੱਲ ਮਿੱਥੀ ਗਈ, ਪਰ ਇਹ ਗੱਲ ਕਿਤੇ ਪਤਾ ਲੱਗ ਗਈ ਭਾਈ ਤੇਜਾ ਸਿੰਘ ਨੂੰ ਤੇ ਭਾਈ ਤਾਰਾ ਸਿੰਘ ਨੂੰ, ਜਿਹੜੇ ਸਿੰਘ ਸਭਾ ਲਹਿਰ ਦੇ ਮੋਢੀ ਸਨ। ਉਹਨਾਂ ਨੂੰ ਇਹ ਗੱਲ ਪਤਾ ਲੱਗ ਗਈ ਤੇ ਉਹਨਾਂ ਨੇ ਕਿਸੇ ਤਰੀਕੇ ਇਹ ਗੱਲ ਕਹੀ ਬਈ ਤੁਸੀਂ ਨਾ ਜਾਓ। ਤੇ ਇਹ ਗੱਲ ਭਾਈ ਕਰਤਾਰ ਸਿੰਘ ਚੂੜਕਾਣੇ ਨੂੰ ਉਹਨਾਂ ਕਹੀ, ਉਹ ਕਿਸੇ ਤਰੀਕੇ ਉਹਨਾਂ ਨੂੰ ਮਿਲੇ, ਪਰ ਭਾਈ ਲਛਮਣ ਸਿੰਘ ਤੱਕ ਇਹ ਗੱਲ ਨਾ ਪਹੁੰਚ ਸਕੀ। ਤੇ ਭਾਈ ਕਰਤਾਰ ਸਿੰਘ ਚੂੜਕਾਣੇ ਉਹਨਾਂ ਦਾ ਜੱਥਾ ਨਾ ਗਿਆ ਤੇ ਜਿਹੜੀ ਲਿਆਲਪੁਰ ਤੋਂ ਜੱਥਾ ਆਉਣਾ ਸੀ ਉਹ ਵੀ ਨਾ ਗਿਆ। ਹੁਣ ਇੱਕੋ ਜੱਥਾ ਰਹਿ ਗਿਆ ਭਾਈ ਲਛਮਣ ਸਿੰਘ ਧਾਰੋਵਾਲੀ ਦਾ। ਪਿਆਰਿਓ, ਭਾਈ ਲਛਮਣ ਸਿੰਘ ਉਸ ਵੇਲੇ ਉਹਨਾਂ ਦੇ ਘਰ ਦੇ ਵਿੱਚ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀ ਭਾਈ ਲਛਮਣ ਸਿੰਘ ਦੇ ਘਰ। ਤੇ ਜਦੋਂ ਉਹਨਾਂ ਨੇ ਇਸ ਮੋਰਚੇ ਤੇ ਜਾਣ ਵਾਸਤੇ ਤੁਰਨਾ ਸੀ ਨਾ, ਉਹਨਾਂ ਨੇ ਆਪਣੀ ਘਰਵਾਲੀ ਨੂੰ ਬੁਲਾਇਆ ਤੇ ਬੁਲਾ ਕੇ ਉਹਨਾਂ ਕਿਹਾ, ਕਹਿੰਦੇ ਅਸੀਂ ਅਰਦਾਸ ਕਰਨੀ ਹੈ, ਅਸੀਂ ਨਨਕਾਣਾ ਸਾਹਿਬ ਜਾਣਾ, ਸ਼ਹੀਦੀਆਂ ਪਾਉਣੀਆਂ, ਅਸੀਂ ਅਰਦਾਸ ਕਰਨੀ ਹੈ। ਉਹਨਾਂ ਦੀ ਘਰਵਾਲੀ ਨੇ ਰੋਕਿਆ ਨਾ। ਤੇ ਜਦੋਂ ਉਹਨਾਂ ਅਰਦਾਸ ਕੀਤੀ ਤੇ ਅਰਦਾਸ ਇੰਨੀ ਭਾਵਪੂਰਤ ਅਰਦਾਸ ਉਹਨਾਂ ਕੀਤੀ ਕਿ ਸਤਿਗੁਰੂ ਮਹੰਤ ਨਰੈਣੂ ਆਪ ਜੀ ਦੇ ਪਵਿੱਤਰ ਅਸਥਾਨ ਤੇ ਮਾੜੇ ਕਾਰਜ ਕਰਦਾ ਪਿਆ, ਬੇਪਤੀਆਂ ਕਰਦਾ ਪਿਆ, ਕਹਿੰਦੀ ਤੁਸੀਂ ਕਿਰਪਾ ਕਰੋ ਆਪਣੇ ਸ਼ਹਾਦਤ ਦੇ ਕੇ ਅਸੀਂ ਆਪਣੇ ਸਤਿਗੁਰੂ ਦੇ ਸਥਾਨ ਨੂੰ ਯਾਦ ਕਰਾ ਸਕੀਏ। ਇੰਨੀ ਭਾਵਪੂਰਤ ਅਰਦਾਸ ਤੇ ਸਤਿਗੁਰੂ ਤੋਂ ਹੁਕਮਨਾਮਾ ਲਿਆ ਗਿਆ। ਤੇ ਹੁਕਮਨਾਮਾ ਬੜੀ ਵੱਡੀ ਗੱਲ ਹੈ। ਹੁਕਮਨਾਮਾ ਕੀ ਆਇਆ ਸੀ ਉਸ ਵੇਲੇ? ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ। ਤੇ ਇਸੇ ਸ਼ਬਦ ਵਿੱਚ ਸਤਿਗੁਰੂ ਬਚਨ ਕਰਦੇ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਇਹ ਉਸ ਵੇਲੇ ਦਾ ਹੁਕਮਨਾਮਾ ਆਇਆ। ਭਾਈ ਲਛਮਣ ਸਿੰਘ ਦੇ ਹਿਰਦੇ ਨੂੰ ਇੰਨੀ ਦ੍ਰਿੜਤਾ ਮਿਲੀ, ਉਹਨਾਂ ਕਿਹਾ ਹੁਣ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ, ਹੁਣ ਭਾਵੇਂ ਬੰਦ ਵੀ ਕੱਟਿਆ ਜਾਵੇ, ਹੁਣ ਭਾਵੇਂ ਅੱਗ ਦੇ ਵਿੱਚ ਕੋਈ ਸੇਕ ਵੀ ਦੇ ਦੇਵੇ, ਕੋਈ ਜਲਾ ਵੀ ਦੇਵੇ, ਤਾਂ ਵੀ ਗੁਰੂ ਕਾ ਸਿੱਖ ਗੁਰੂ ਨੂੰ ਪ੍ਰਵਾਨ। ਪਿਆਰਿਓ, ਫਿਰ ਅੱਗੇ ਇੱਕ ਹੋਰ ਪਿੰਡ ਜਾਂਦੇ ਆ, ਉਸ ਪਿੰਡ ਵਿੱਚ ਵੀ ਅਰਦਾਸ ਕਰਦੇ, ਜਦੋਂ ਜੱਥਾ ਨਾਲ ਹੋਰ ਤੁਰਦਾ ਉੱਥੇ ਵੀ ਅਰਦਾਸ ਕਰਦੇ ਆ। ਭਾਈ ਲਛਮਣ ਸਿੰਘ ਅਰਦਾਸ ਕਰਦੇ ਤੇ ਹੁਕਮਨਾਮਾ ਲੈਂਦੇ, ਉੱਥੇ ਵੀ ਹੁਕਮਨਾਮਾ ਇਹੀ ਆਉਂਦਾ। ਤੇ ਪਿਆਰਿਓ, 20 ਤਰੀਕ ਨੂੰ ਸਵੇਰੇ ਤਕਰੀਬਨ 5:43 ਤੇ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਜੱਥਾ ਸ੍ਰੀ ਨਨਕਾਣਾ ਸਾਹਿਬ ਦੇ ਦਰਬਾਰ ਦੇ ਵਿੱਚ ਪ੍ਰਵੇਸ਼ ਕਰਦਾ।
ਭਾਈ ਲਛਮਣ ਸਿੰਘ ਮੱਥਾ ਟੇਕਦੇ ਆ, ਹੋਰ ਸਿੱਖ ਮੱਥਾ ਟੇਕਦੇ ਆ ਤੇ ਮੱਥਾ ਟੇਕ ਕੇ ਉੱਥੇ ਇੱਕ ਮਹੰਤ ਨਿਤਨੇਮ ਦੀ ਸੇਵਾ ਨਿਭਾ ਰਿਹਾ ਸੀ, ਬਾਣੀ ਪੜ੍ਹਦਾ ਸੀਗਾ। ਉਹਨੂੰ ਬੇਨਤੀ ਕਰਕੇ ਭਾਈ ਲਛਮਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆਂ ਤੇ ਬੈਠਦੇ ਆ ਤੇ ਉਸ ਦੂਜੇ ਪਾਸੇ ਮਹੰਤ ਨਰੈਣੂ ਜਿਹੜਾ ਲਾਹੌਰ ਜਾਣ ਲੱਗਾ ਸੀ, ਉਹ ਜਦੋਂ ਗੱਡੀ ਤੇ ਚੜ ਗਿਆ ਤੇ ਪਿੱਛੋਂ ਇੱਕ ਬੀਬੀ ਨੇ ਆਵਾਜ਼ ਮਾਰੀ, ਕਹਿੰਦੀ ਤੂੰ ਕਿਤੇ ਚੱਲੇ ਆ, ਉਹ ਨੀਲੇ ਬਾਣੇ ਵਾਲੇ ਆ ਗਏ ਆ। ਤੇ ਮਹੰਤ ਨਰੈਣੂ ਨੇ ਗੱਡੀ ਤੋਂ ਛਾਲ ਮਾਰੀ ਤੇ ਛਾਲ ਮਾਰ ਕੇ ਸਿੱਧਾ ਨਨਕਾਣਾ ਸਾਹਿਬ ਪਹੁੰਚਿਆ ਤੇ ਇਹਨੇ ਆਪਣੇ ਗੁੰਡਿਆਂ ਨੂੰ ਬੁਲਾਇਆ, ਤਰਤੀਬ ਕੀਤੀ ਤੇ ਉਹਨੇ ਕਿਹਾ, ਕਹਿੰਦੇ ਪਹਿਲਾਂ ਅਸੀਂ ਉੱਪਰੋਂ ਗੋਲੀਆਂ ਚਲਾਵਾਂਗੇ, ਕਹਿੰਦੇ ਜਿਹੜਾ ਕੋਈ ਬਚ ਗਿਆ ਉਹਨੂੰ ਜੂੰਦਿਆਂ ਨੂੰ ਅੱਗ 'ਚ ਪਾ ਕੇ ਸਾੜਾਂ। ਪੈਟਰੋਲ ਸਾਰਾ ਕੁਝ ਅਰੇਂਜਮੈਂਟ ਇਹਨਾਂ ਕੀਤਾ ਤੇ ਉਸ ਵੇਲੇ ਸਿੱਖ ਬਹੁਤ ਸ਼ਾਂਤਮਈ ਨਾਮ ਜਪਦੇ ਸਿਮਰਨ ਕਰਦੇ ਸ੍ਰੀ ਨਨਕਾਣਾ ਸਾਹਿਬ ਦੇ ਅੰਦਰ ਦਾਖਲ ਹੋਏ ਤੇ ਬਹਿ ਕੇ ਬਾਣੀ ਪੜ੍ਹਦੇ ਸੁਣਦੇ ਨੇ। ਤੇ ਇਸ ਮਹੰਤ ਨਰੈਣੂ ਦੇ ਗੁੰਡਿਆਂ ਨੇ ਉਹਨਾਂ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਭਾਈ ਲਛਮਣ ਸਿੰਘ ਦੇ ਥੱਲੋਂ ਵੱਖੀ ਤੇ ਗੋਲੀ ਵੱਜੀ ਤੇ ਇੱਥੇ ਹੀ ਪਾਪੀਆਂ ਨੇ ਆ ਕੇ ਸਾਹਮਣੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੋਲੀ ਨਾ ਵੱਜੇ, ਇਸ ਕਰਕੇ ਭਾਈ ਲਛਮਣ ਸਿੰਘ ਨੇ ਜੱਫਾ ਪਾ ਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੇ ਉਹਨਾਂ ਦੇ ਹੱਥਾਂ ਤੇ ਗੋਲੀਆਂ ਵੱਜੀਆਂ। ਤੇ ਇਸ ਤਰ੍ਹਾਂ ਭਾਈ ਲਛਮਣ ਸਿੰਘ ਧਾਰੋਵਾਲੀ ਆਪ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਸਰੂਪ ਦੇ ਉੱਪਰ ਛਾਂ ਕਰਦੇ ਹੋਏ ਸ਼ਹੀਦ ਹੋ ਗਏ। ਦੂਜੇ ਪਾਸੇ ਜਿਹੜੇ ਸਿੱਖ ਸਨ, ਇਹਨਾਂ ਨੂੰ ਕਿਸੇ ਨੂੰ ਗੋਲੀ ਵੱਜੀ, ਜੂੰਦੇ ਸਿੱਖ ਇਹਨਾਂ ਨੇ ਅੱਗ ਲੱਕਣਾ ਪ੍ਰਬੰਧ ਕਰਕੇ ਉਹਦੇ ਵਿੱਚ ਉਹਨਾਂ ਜੂੰਦੇ ਸਿੱਖਾਂ ਨੂੰ ਸ਼ਹੀਦ ਕੀਤਾ। ਇਹਦੇ ਵਿੱਚ ਮੈਂ ਦੋ ਸਿੱਖਾਂ ਦੇ ਜ਼ਿਕਰ ਕਰਨਾ ਚਾਹੁੰਦਾ। ਇੱਕ ਭਾਈ ਮੰਗਲ ਸਿੰਘ, ਜਿਹੜੇ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਧਰਮ ਪੁੱਤਰ ਸੀ ਤੇ ਇਹਨਾਂ ਨੂੰ ਪੰਥ ਨੇ ਕਿਹਾ ਕਿ ਇਹ ਕਿਰਪਾਨ ਬਹਾਦਰ ਹੈ। ਭਾਈ ਮੰਗਲ ਸਿੰਘ ਕਿਰਪਾਨ ਬਹਾਦਰ, ਇਹਦੀ ਵੀ ਬੜੀ ਵੱਡੀ ਸਾਖੀ ਹੈ। ਭਾਈ ਮੰਗਲ ਸਿੰਘ ਵੀ ਉਸ ਵੇਲੇ ਸ਼ਹੀਦ ਹੁੰਦੇ ਆ ਤੇ ਇੱਕ ਪੁੱਤਰ ਸੀ 9 ਸਾਲ ਦਾ, ਮਾਂ ਨੇ ਭੇਜਿਆ ਉਹਨੂੰ, ਉਹਦਾ ਨਾਂ ਸੀ ਦਰਬਾਰਾ ਸਿੰਘ। ਉਹਨੂੰ ਅਲਮਾਰੀ ਦੇ ਵਿੱਚ ਉਹਨੂੰ ਕਹਿ ਦਿੱਤਾ ਬਈ ਤੂੰ ਅਲਮਾਰੀ ਦੇ ਵਿੱਚ ਲੁਕ ਜਾ। ਤੇ ਉਹ ਜਦੋਂ ਲੁਕਿਆ, ਸਾਰੇ ਸਿੰਘਾਂ ਨੂੰ ਕੱਢ ਕੇ ਜੰਡ ਨਾਲ ਬੰਨ ਕੇ ਅੱਗ ਲਾ ਕੇ ਇਹਨਾਂ ਨੇ ਸ਼ਹੀਦ ਕੀਤਾ। ਤੇ ਇਹ ਸਾਰਾ ਕੁਝ 1921 ਨੂੰ ਵਾਪਰਿਆ। ਉਹ ਜਿਹੜਾ ਨਿੱਕਾ ਬੱਚਾ ਸੀ, ਜਦੋਂ ਸਭ ਸ਼ਹੀਦ ਹੋ ਗਏ ਤੇ ਉਸ ਬੱਚੇ ਨੇ ਅਲਮਾਰੀ ਤੋਂ ਆਵਾਜ਼ ਦੇ ਕੇ ਕਿਹਾ, ਬਾਪੂ ਮੈਂ ਵੀ ਸ਼ਹੀਦ ਹੋਣਾ ਸੀ। ਦੇਖੋ ਜਜ਼ਬਾ ਉਸ ਨਿੱਕੇ 9 ਸਾਲ ਦੇ ਬਾਲੜੇ ਦਾ, ਕਹਿੰਦਾ ਬਾਪੂ ਮੈਂ ਵੀ ਸ਼ਹੀਦ ਹੋਣਾ ਸੀ। ਤੇ ਉਸ ਬੱਚੇ ਨੂੰ ਅਲਮਾਰੀ ਚੋਂ ਕੱਢ ਕੇ ਇਹਨਾਂ ਨੇ ਜੂੰਦੇ ਅੱਗ ਦੇ ਢੇਰ ਤੇ ਸੱਟ ਕੇ ਇਹਨਾਂ ਸ਼ਹੀਦ ਕੀਤਾ। ਇਹ ਘਟਨਾ 20 ਤਰੀਕ ਨੂੰ ਵਾਪਰਦੀ ਹੈ। ਉਸ ਵੇਲੇ 10 ਫੱਗਣ 1921, 20 ਫਰਵਰੀ ਤੇ ਉਸ ਵੇਲੇ 21 ਤਰੀਕ ਨੂੰ ਇਹ ਸਾਰਾ ਕੁਝ 20 ਤਰੀਕ ਤੱਕ ਚੱਲਦਾ। 21 ਤਰੀਕ ਨੂੰ ਉਹਨਾਂ ਦੇ ਜਿਹੜੇ ਇਹ ਸਾਰੇ ਸਿੱਖ ਤਾਰਾਂ ਭੇਜਦੇ ਆ, ਹੋਰ ਜਥੇ ਆਉਂਦੇ ਆ। 200 ਅੰਗਰੇਜ਼ ਗੋਰਾ ਉਸ ਵੇਲੇ ਫੌਜ ਲੈ ਕੇ, ਅਸਲਾ ਲੈ ਕੇ ਉੱਥੇ ਪਹੁੰਚਦਾ ਤੇ ਇਸ ਵੇਲੇ ਇਸ ਪਾਸੇ ਭਾਈ ਸੁੰਦਰ ਸਿੰਘ ਨੇ, ਹੋਰ ਸਿੰਘ ਨੇ, ਭਾਈ ਤੇਜਾ ਸਿੰਘ ਨੇ ਕਿਹਾ, ਕਹਿੰਦੇ ਅੱਜ ਸਿੱਖੋ, ਕਹਿੰਦੀ ਜਿੱਥੇ ਕੋਈ ਮਿਲਦਾ, ਕਹਿੰਦੇ ਕੁਹਾੜਾ ਚੁੱਕੋ, ਕਿਰਪਾਨ ਚੁੱਕੋ, ਭਾਲਾ ਬਰਛਾ ਚੁੱਕੋ, ਜੋ ਚੁੱਕਣਾ ਹੈ। ਕਹਿੰਦੇ ਅੱਜ ਤੱਕ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਸੀ, ਕਹਿੰਦੇ ਅੱਜ ਤੋਂ ਬਾਅਦ ਪ੍ਰਦਰਸ਼ਨ ਸ਼ਾਂਤਮਈ ਨਹੀਂ ਹੋਵੇਗਾ। ਕਹਿੰਦੇ ਸਾਡੇ ਭਰਾਵਾਂ ਨੂੰ ਜੂੰਦਿਆਂ ਨੂੰ ਸਾੜ ਕੇ ਇਹਨਾਂ ਸ਼ਹੀਦ ਕੀਤਾ ਤੇ ਉਹਨਾਂ ਨੂੰ ਲਿਜਾ ਕੇ ਫਿਰ ਇਹਨਾਂ ਨੇ ਨਨਕਾਣਾ ਸਾਹਿਬ ਘੇਰਾ ਪਾਇਆ। 21 ਤਰੀਕ ਨੂੰ ਇਹਨਾਂ ਨੇ ਜਦੋਂ ਕਿਵਾੜ ਖੋਲਿਆ, ਨਨਕਾਣਾ ਸਾਹਿਬ ਦਾ ਦਰਵਾਜ਼ਾ ਖੋਲਿਆ ਤੇ ਪਿਆਰਿਓ ਦ੍ਰਿਸ਼ ਦੇਖਣ ਵਾਲਾ ਸੀ। ਚਾਓ ਪਾਸੇ ਜਿੱਥੇ ਜਿਹਨੂੰ ਆਪਾਂ ਚਰਨ ਗੰਗਾ ਕਹਿੰਦੇ ਹਾਂ, ਜਿੱਥੇ ਅਸੀਂ ਚਰਨ ਧੋਨੇ ਆ, ਤੇ ਉੱਥੇ ਉਹ ਸਾਰਾ ਜਲ ਦੀ ਥਾਂ ਉੱਥੇ ਲਹੂ ਸੀ ਸਿੱਖਾਂ ਦਾ ਪਵਿੱਤਰ। ਹਰ ਪਾਸੇ ਸਿੱਖਾਂ ਦੀਆਂ ਅੱਧ ਸੜੀਆਂ ਲਾਸ਼ਾਂ, ਉਹਨਾਂ ਦੀਆਂ ਹੱਡੀਆਂ, ਉਹਨਾਂ ਦੀ ਬੋਟੀਆਂ ਸਰੀਰ ਦੀਆਂ, ਸਾਰੇ ਪਾਸੇ ਖਿਲ ਰਿਹਾ। ਕਿਵਾੜ ਫੇਰ ਬੰਦ ਕਰ ਦਿੱਤੇ ਗਏ। 22 ਤਰੀਕ ਨੂੰ ਡੀਸੀ ਆਉਂਦਾ ਤੇ ਇਹ 22 ਤਰੀਕ ਨੂੰ ਚਾਬੀਆਂ ਸਿੱਖਾਂ ਨੂੰ ਸੌਂਪੀਆਂ ਜਾਂਦੀਆਂ। 22 ਤਰੀਕ ਤੱਕ ਸਿੱਖਾਂ ਦਾ 23 ਤਰੀਕ ਨੂੰ ਜਾ ਕੇ ਸੰਸਕਾਰ ਹੁੰਦਾ ਹੈ ਸਾਰਿਆਂ ਦਾ, 3 ਦਿਨ ਬਾਅਦ। ਤੇ ਇਹ ਸਾਰਾ ਕੁਝ ਭਾਣਾ ਉਸ ਵੇਲੇ ਵਾਪਰਿਆ ਤੇ ਉਦੋਂ 126 ਖੋਪੜੀਆਂ ਮਿਲੀਆਂ। 126 ਮਿਲੀਆਂ।
4 ਅੱਧ ਸੜੀਆਂ ਲਾਸ਼ਾਂ ਮਿਲੀਆਂ, 10 ਟੋਕਰੇ ਹੱਡੀਆਂ ਦੇ ਮਾਸ ਦੇ ਮਿਲੇ ਤੇ ਉਸ ਤੋਂ ਬਾਅਦ 3 ਟੋਕਰੇ ਜਿਹੜੇ ਮਾਸ ਦੇ ਉਸ ਵੇਲੇ ਮਿਲੇ। ਇਹ ਨਨਕਾਣਾ ਸਾਹਿਬ ਦੇ ਸਾਕੇ ਦੀ ਘਟਨਾ ਪਿਆਰਿਓ। ਤੇ ਉਹਨਾਂ ਬਹਾਦਰ ਸੂਰਮਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅਸਥਾਨ ਨੂੰ ਉਹਨਾਂ ਮਹੰਤਾਂ ਤੋਂ ਆਜ਼ਾਦ ਕਰਾਇਆ। ਇਹ ਨਨਕਾਣਾ ਸਾਹਿਬ ਦਾ ਸਾਕਾ ਵਾਪਰਦਾ 20, 21, 22 ਫਰਵਰੀ 1921 ਨੂੰ ਵਾਪਰਦਾ।